हाँ जी दोस्तों, क्लास 10वीं का हैगा वा 5 अप्रैल ਨੂੰ दिन बुधवार ਨੂੰ ਸਾਇੰਸ ਦਾ ਪੇਪਰ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਫੁੱਲ ਸੋਲੂਸ਼ਨ ਲੈ ਕੇ ਆ ਚੁੱਕੇ ਹਾਂ। 2023 ਦਾ ਇਹ ਪੇਪਰ ਆ ਸਾਡੇ ਕੋਲ, ਇੱਕ ਪੰਜਾਬ ਬੋਰਡ ਨੇ ਆਪਣੀ ਸਾਈਟ ਤੇ ਵੀ ਜਾਰੀ ਕੀਤਾ ਹੋਇਆ ਹੈ। ਅਸੀਂ ਫੁੱਲ ਹੀ ਸੋਲੂਸ਼ਨ ਕਰ ਲਿਆ ਵਾ ਇੰਗਲਿਸ਼ ਅਤੇ ਪੰਜਾਬੀ ਦੋਨਾਂ ਹੀ ਮੀਡੀਅਮ ਦੇ ਵਿੱਚ। ਤਾਂ ਦੋਸਤੋ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖ ਲਓ 80 ਨੰਬਰ ਦਾ ਪੇਪਰ ਆਏਗਾ, 3 ਘੰਟੇ ਦਾ ਸਮਾਂ ਮਿਲੇਗਾ। ਪਾर्ट ए देख लेने हैं। सब तो पहला प्रश्न की है, आह देख लो, इंग्लिश मीडियम वाले अपना प्रश्न ਨੂੰ देख ਲੈਣ ਤੇ ਇਹੀ ਪ੍ਰਸ਼ਨ ਪੰਜਾਬੀ ਮੀਡੀਅਮ ਦੇ ਵਿੱਚ ਲਿਖਿਆ ਹੋਇਆ ਵਾ ਥੱਲੇ FE 203 ਇਸ ਤਰ੍ਹਾਂ ਇਹਨਾਂ ਨੇ ਲਿਖਿਆ ਹੋਇਆ 2 ਜਿਹੜਾ ਹੈਗਾ ਵਾ O3 + 2AL, ਠੀਕ ਹੈ। ਆਹ ਜਿਹੜਾ ਫਾਰਮੂਲਾ ਤੁਹਾਡਾ ਬਣ ਰਿਹਾ ਵਾ, ਤਾਂ ਉਪਰੋਕਤ ਪ੍ਰਤੀਕਰਮ ਦੇ ਇਹ ਕੀ ਇੱਕ ਮਤਲਬ ਇੱਕ ਉਦਾਹरण है, ठीक है जी। किहदी उदाहरण है, ठीक है जी। ਇਹਦਾ ਆਨਸਰ ਦੋਸਤੋ ਆ ਜਾਏਗਾ ਆਪਣਾ ਵਿਸਥਾਪਨ ਪ੍ਰਤੀਕਰਮ, ठीक है जी। ਤਾਂ ਇਹ ਵਿਸਥਾਪਨ ਪ੍ਰਤੀਕਰਮ ਦੀ ਜਿਹੜੀ ਹੈਗੀ ਉਦਾਹरण ਹੈਗੀ ਆ ਇਹ ਵਾਲਾ ਫਾਰਮੂਲਾ, ਐਗਜ਼ਾਮਪਲ ਜਿਹੜੀ ਹੈਗੀ ਤੁਹਾਡੀ, ਠੀਕ ਹੈ ਜੀ। ਤੇ ਦੂਸਰਾ ਆਪਣਾ ਪ੍ਰਸ਼ਨ ਦੋਸਤੋ ਆਹ ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ ਵਾ, ਥੱਲੇ ਪੰਜਾਬੀ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਵਾ, ਦੇਖੋ ਕੀ ਹੈ। ਇੰਗਲਿਸ਼ ਵਾਲੇ ਆਪਣਾ ਖੁਦ ਇਸ ਨੂੰ ਰੀਡ ਕਰ ਲੈਣ, ਠੀਕ ਹੈ। ਆਨਸਰ ਇਹਨਾਂ ਟਿਕ ਲੱਗਿਆ ਵੀ ਹੋਇਆ ਵਾ। ਇੱਕ ਘੋਲ ਕੁਚਲੇ ਹੋਏ ਅੰਡ ਸ਼ੋਲਾ ਨਾਲ ਇੱਕ ਗੈਸ ਪੈਦਾ ਕਰਨ ਲਈ ਪ੍ਰਤੀਕਿਰਿਆ ਕਰਦਾ ਹੈ ਜੋ ਚੂਨੇ ਜਿਹੜਾ ਹੈਗਾ ਵਾ ਪਾਣੀ ਨੂੰ ਦੁੱਧ ਵਾਲਾ ਬਣਾ ਦਿੰਦਾ ਹੈ। हल शामिल है। तो दोस्तों ਇਹਦਾ ਜਿਹੜਾ आंसर आ जाएगा अपना की आ जाएगा HCl, ठीक है जी। तो तीसरा प्रश्न दोस्तों देख लो की है इत्थे कि बदहजमी के इलाज ਲਈ ਹੇਠ ਲਿਖਿਆ किस्मां ਵਿੱਚੋਂ ਕਿਹੜੀ ਇੱਕ ਦਵਾਈ ਵਰਤੀ ਜਾਂਦੀ है। तो दोस्तों ਇਹਦਾ आंसर आ जाएगा अपना एंटीसाइड, ठीक है जी। तो ਇਹਦਾ आंसर दोस्तों एंटीसाइड हो जाएगा। उस तरह दोस्तों अपना ਇਹ चौथा प्रश्न है, ठीक है जी। देखो की है भोजन के डब्बे टीन नाल ਜਿਹੜਾ ਹੈਗਾ ਵਾ टीन नाल लेप ਕੀਤੇ ਜਾਂਦੇ ਹਨ ਤਾਂ ਕਿ जिंक नाल क्योंकि, ठीक है जी। तो दोस्तों ਇਹਦਾ आंसर ਜਿਹੜਾ ਹੈਗਾ ਵਾ जिंक टीन ਨਾਲੋਂ ਜ਼ਿਆਦਾ ਪ੍ਰਤੀਕਿਰਿਆਸ਼ੀਲ ਹੁੰਦੇ ਆ ਇਸ ਲਈ, ठीक है जी। तो उस तो बाद दोस्तों अपना पंजवां प्रश्न है। पंजवां प्रश्न तुसीं आह देख सकते हो इंग्लिश वाले, पंजवां प्रश्न पंजाबी ਦੇ ਵਿੱਚ है दोस्तों। देखो बुटोन कार्यशील समूह वाला 4 कार्बन मिश्रण है। तो दोस्तों ਇਹ ਜਿਹੜਾ ਹੈਗਾ ਵਾ कीटोन, ठीक है जी। इसका राइट आंसर हो जाएगा। ਅੱਗੇ है दोस्तों अपना एलीमेंट, ਆਹ ਜਿਹੜਾ ਤੁਹਾਡਾ ਦਿੱਤਾ ਹੋਇਆ ਵਾ 6ਵਾਂ ਪ੍ਰਸ਼ਨ। ਤਾਂ 6ਵੇਂ ਪ੍ਰਸ਼ਨ ਪੰਜਾਬੀ ਦੇ ਵਿੱਚ ਦੇਖੋ ਤੱਤ ਜਿਹੜਾ ਹੈਗਾ ਵਾ X ਫਾਰਮੂਲਾ X ਜਿਹੜਾ ਹੈਗਾ ਦੋਸਤੋ ਆਪਣਾ Cl2 ਨਾਲ ਇੱਕ ਜਿਹੜਾ ਹੈਗਾ ਕਲੋਰੋਫੀਡ ਕਾਰਬਨ ਜਿਹੜਾ ਹੈਗਾ ਦੋਸਤੋ ਕੀ ਹੈ ਕਲੋਰਾਈਡ ਆ, ਠੀਕ ਹੈ ਜੀ। ਕਲੋਰਾਈਡ ਬਣਾਉਂਦਾ ਹੈ ਜੋ ਕਿ ਇੱਕ ਉੱਚ ਪਿਘਲਣ ਵਾਲੇ ਬਿੰਦੂ ਵਾਲਾ ਇੱਕ ਠੋਸ ਹੁੰਦਾ ਹੈ। ਤਾਂ ਦੋਸਤੋ X ਸੰਭਾਤ ਤੌਰ ਤੇ ਦੋਸਤੋ ਆਵਰਤੀ ਸਾਰਣੀ ਦੇ ਉਸ ਸਮੂਹ ਵਿੱਚ ਹੋਵੇਗਾ ਜਿਵੇਂ ਕਿ, ਤਾਂ ਦੋਸਤੋ ਇਹਦਾ ਆਨਸਰ ਜਿਹੜਾ ਹੈਗਾ ਵਾ Mg ਆ ਜਾਏਗਾ, ਠੀਕ ਹੈ ਜੀ। ਤੇ ਅੱਗੇ ਦੋਸਤੋ 7ਵਾਂ ਪ੍ਰਸ਼ਨ ਹੈ, ਠੀਕ ਹੈ ਜੀ। ਤਾਂ ਦੇਖੋ ਕੀ ਹੈ ਮਨੁੱਖਾਂ ਵਿੱਚ ਗੁਰਦੇ ਸਿਸਟਮ ਦਾ ਇੱਕ ਹਿੱਸਾ ਹਨ। ਤਾਂ ਦੋਸਤੋ ਇਹ ਨਿਕਾਸ ਦਾ ਜਿਹੜਾ ਹੈਗਾ ਵਾ ਹਿੱਸਾ ਹਨ। ਅੱਗੇ ਹੈ ਆਪਣਾ 8ਵਾਂ ਪ੍ਰਸ਼ਨ। ਤਾਂ ਦੇਖੋ ਕੀ ਹੈ ਪੋਸ਼ਣ ਦੇ ਆਟੋਟ੍ਰਾਫਿਕ ਮੋਡ ਦੀ ਲੋੜ ਹੁੰਦੀ ਹੈ। ਉਪਰੋਕਤ ਸਾਰੇ ਇਸ ਦਾ ਰਾਈਟ ਆਨਸਰ ਹੋਏਗਾ, ਯਾਨੀ ਕਿ ਸੂਰਜ ਦੀ ਰੋਸ਼ਨੀ, ਕਲੋਰੋਫਿਲ, ਠੀਕ ਹੈ, ਕਾਰਬਨ ਡਾਈਆਕਸਾਈਡ ਅਤੇ पानी। अगला प्रश्न है दोस्तों द गैप बिटवीन 2 न्यूरन्स इज कॉल्ड, तो उसनूं सिनैप्स कहते हैं, यानी कि पंजाबी दे विच 2 न्यूरोनां दे विचकारले पाड़े नूं दोस्तों की कहा जाता है, सिनैप्स उन्हां नूं कहा जाता है। अगे है दोस्तों अपना प्रश्न 10वां वा। तो देखो दोस्तों समरूप अंगां दा एक उदाहरण है, यानी कि दोस्तों उपरोक्त सारे, यानी कि साडे दंद अते हाथी दे दंद, ठीक है जी, साडी बांह अते कुत्ते दी अगली लत्त, आलू अते घाह दे दुड़कता। दोस्तों इहदा जिहड़ा हैगा आंसर ऑल ऑफ द अबव आ जाएगा, ठीक है जी, 10वें ਦਾ ਉਪਰੋਕਤ ਸਾਰੇ ਆਨਸਰ। ਤੇ ਅੱਗੇ ਹੈ ਦੋਸਤੋ ਆਪਣਾ 11ਵਾਂ ਪ੍ਰਸ਼ਨ ਦੇਖ ਲਓ ਇੰਗਲਿਸ਼ ਮੀਡੀਅਮ ਵਾਲੇ ਤੇ ਪੰਜਾਬੀ ਮੀਡੀਅਮ ਵਾਲੇ। ਦੇਖੋ ਦੋਸਤੋ ਮਨੁੱਖ ਦੇ 2 ਵੱਖ-ਵੱਖ ਲਿੰਗ ਕ੍ਰੋਮੋਸੋਮ ਹਨ, X ਅਤੇ Y। ਸੈਂਡੋਲ ਦੇ ਨਿਯਮਾਂ ਦੇ ਆਧਾਰ ਤੇ ਦੋਸਤੋ ਇੱਕ ਨਰ ਔਲਾਦ ਕ੍ਰੋਮੋਸੋਮ ਦੇ ਕਿਹੜੇ ਸੁਮੇਲ ਦਾ ਵਾਰਿਸ ਹੋਵੇਗਾ, ਠੀਕ ਹੈ ਜੀ। ਤਾਂ ਇਹਦਾ ਆਨਸਰ ਆਏਗਾ ਦੋਸਤੋ ਇਸ ਦੇ ਮਾਤਾ ਪਿਤਾ ਵਿੱਚੋਂ ਕਿਸੇ ਇੱਕ ਤੋਂ X ਅਤੇ Y ਕ੍ਰੋਮੋਸੋਮ ਦਾ ਸੁਮੇਲ ਹੈ, ਠੀਕ ਹੈ ਜੀ। ਤਾਂ ਇਹਦਾ ਆਨਸਰ ਇਹ ਹੋ ਜਾਏਗਾ। 12ਵਾਂ ਪ੍ਰਸ਼ਨ ਦੋਸਤੋ ਕੀ ਹੈ ਦੇਖ ਲਓ, ਇੱਥੇ ਰੀਡ ਕਰਦੇ ਹਾਂ। ਹਾਂਜੀ, ਇੱਕ ਅਵਤਲ ਸ਼ੀਸ਼ੇ ਦੁਆਰਾ ਬਣਾਈ ਗਈ ਤਸਵੀਰ ਨੂੰ ਆਭਾਸੀ ਜਿਹੜੀ ਹੈਗੀ ਖੜਾ ਅਤੇ ਵਸਤੂ ਤੋਂ ਵੱਡਾ ਦੇਖਿਆ ਜਾਂਦਾ ਹੈ। ਵਸਤੂ ਦੀ ਸਥਿਤੀ ਕਿੱਥੇ ਹੋਣੀ ਚਾਹੀਦੀ ਹੈ। ਤਾਂ ਦੋਸਤੋ ਇਹਦਾ ਆਨਸਰ ਆਏਗਾ ਸ਼ੀਸ਼ੇ ਦੇ ਖੰਭੇ ਅਤੇ ਇਸ ਦੇ ਮੁੱਖ ਫੋਕਸ ਦੇ ਵਿਚਕਾਰ, ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। 13ਵਾਂ ਪ੍ਰਸ਼ਨ ਦੋਸਤੋ ਦੇਖੋ ਕੀ ਹੈ, ਇਸ ਨੂੰ ਰੀਡ ਕਰ ਲਓ ਇੰਗਲਿਸ਼ ਮੀਡੀਅਮ ਵਾਲੇ। ਪੰਜਾਬੀ ਵਾਲੇ ਦੇਖੋ ਦੋਸਤੋ ਕੀ ਇਹਦੇ ਵਿੱਚ, ਹਾਂਜੀ, ਡਿਕਸ਼ਨਰੀ ਵਿੱਚ ਦੋਸਤੋ ਮਿਲੇ ਛੋਟੇ ਅੱਖਰਾਂ ਨੂੰ ਪੜ੍ਹਦੇ ਸਮੇਂ ਤੁਸੀਂ ਹੇਠ ਦਿੱਤੇ ਲੈਂਸਾਂ ਵਿੱਚੋਂ ਕਿਸ ਦੀ ਵਰਤੋਂ ਕਰਨਾ ਪਸੰਦ ਕਰੋਗੇ। ਤਾਂ ਦੋਸਤੋ ਇਹਦਾ ਆਨਸਰ C ਆਪਸ਼ਨ ਆਏਗਾ, ਯਾਨੀ ਕਿ ਫੋਕਲ ਲੰਬਾਈ 5 ਸੈਂਟੀਮੀਟਰ ਦਾ ਇੱਕ ਕਨਵੈਕਸ ਲੈਂਸ ਇਸ ਦਾ ਰਾਈਟ ਆਨਸਰ ਹੋ ਜਾਏਗਾ। ਇਸੇ ਤਰ੍ਹਾਂ ਦੋਸਤੋ 14ਵਾਂ ਪ੍ਰਸ਼ਨ ਆ, ਦੇਖੋ ਕੀ ਹੈ ਹੇਠ ਦਿੱਤਿਆਂ ਵਿੱਚੋਂ ਕਿਹੜਾ ਬਾਇਓਮਾਸ ਊਰਜਾ ਦਾ ਸਰੋਤ ਦੀ ਉਦਾਹਰਣ ਨਹੀਂ ਹੈ। ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਆਪਣਾ ਪਰਮਾਣੂ ਊਰਜਾ। ਅੱਗੇ ਹੈ ਦੋਸਤੋ 15ਵਾਂ ਪ੍ਰਸ਼ਨ, ਠੀਕ ਹੈ ਜੀ, ਕਿ ਸਾਡੇ ਦੁਆਰਾ ਵਰਤੇ ਜਾਣ ਵਾਲੇ ਊਰਜਾ ਦੇ ਜ਼ਿਆਦਾਤਰ ਸਰੋਤ ਸਟੋਰ ਕੀਤੀ ਸੂਰਜੀ ਊਰਜਾ ਨੂੰ ਦਰਸਾਉਂਦੇ ਹਨ। ਹੇਠ ਦਿੱਤੇ ਵਿੱਚੋਂ ਦੋਸਤੋ ਕਿਹੜਾ ਅੰਤ ਵਿੱਚ ਸੂਰਜ ਦੀ ਊਰਜਾ ਤੋਂ ਨਹੀਂ ਲਿਆ ਗਿਆ ਹੈ। ਤਾਂ ਦੋਸਤੋ ਪਰਮਾਣੂ ਊਰਜਾ ਇਸ ਦਾ ਰਾਈਟ ਆਨਸਰ ਹੋ ਜਾਏਗਾ। ਅੱਗੇ ਦੋਸਤੋ 16ਵਾਂ ਪ੍ਰਸ਼ਨ, ਠੀਕ ਹੈ ਜੀ, ਕੀ ਹੈ ਹੇਠ ਦਿੱਤੇ ਵਿੱਚੋਂ ਕਿਹੜਾ ਦੋਸਤੋ ਵਾਤਾਵਰਣ ਅਨੁਕੂਲ ਅਭਿਆਸ ਹਨ। ਤਾਂ ਦੋਸਤੋ ਉਪਰੋਕਤ ਇਸ ਦਾ ਸਾਰਾ ਆਨਸਰ ਆਏਗਾ, ਯਾਨੀ ਕਿ ਆਵੀ ਤੇ ਆਵੀ, ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ 17ਵਾਂ ਪ੍ਰਸ਼ਨ ਹੈ ਆਪਣਾ, ਠੀਕ ਹੈ ਜੀ। ਦੇਖੋ ਕੀ ਹੈ ਟਹਿਰੀ ਡੈਮ ਕਿਸ ਨਦੀ ਤੇ ਬਣਿਆ ਹੈ। ਤਾਂ ਦੋਸਤੋ ਇਹ ਗੰਗਾ ਇਸ ਦਾ ਰਾਈਟ ਆਨਸਰ ਹੋ ਜਾਏਗਾ। ਤੇ ਹੁਣ ਦੋਸਤੋ ਪਾर्ट B ਹੈ, ਠੀਕ ਹੈ ਜੀ। ਤਾਂ ਹੈ ਇੰਗਲਿਸ਼ ਮੀਡੀਅਮ ਵਾਲੇ ਆਪਣੇ ਪ੍ਰਸ਼ਨ ਨੂੰ ਆ ਦੇਖੋ, ਆ ਜਿਹੜਾ 18ਵਾਂ ਪ੍ਰਸ਼ਨ ਹੈ ਰੀਡ ਕਰ ਲਓ ਤੇ ਤੁਹਾਡਾ ਆਨਸਰ ਆ ਦੇਖੋ ਦੋਸਤੋ ਇੱਥੇ ਲਿਖਿਆ ਹੋਇਆ ਹੈ।
ठीक है जी। तो उस तो बाद तुहाडा आंसर आ देखो दोस्तों इत्थे भी आह लिखिया होया है, ठीक है जी। इन्ना का तुहाडा आंसर आ। तो यही 18वां प्रश्न पंजाबी मीडियम वाले अपने विद्यार्थी देखण की है दोस्तों, चित्र विच दिखाई गई गतिविधि विच उत्पाद पानी विच घुल जाता है, मिश्रण का फार्मूला ते प्रकृति की है जो पानी विच घुलण नाल बनदी है। आह देख लो पिक, ठीक है जी। तो दोस्तों इसका आंसर बन जाएगा 2mg+O2, फिर दोस्तों की बनेगा 2mgO, ठीक है जी। mgO+H2O, तो यह तुहाडा बनेगा mg ते ब्रैकेट दे विच OH2, ठीक है जी। इस तरह लिखा हुआ है, मतलब दोस्तों MgO मतलब दोस्तों की है हाँ मैग्नीशियम हाइड्रोऑक्साइड, ठीक है जी, मैग्नीशियम हाइड्रोऑक्साइड, ठीक है जी। उस तो बाद दोस्तों की है प्रकृति यदि की है, यदि प्रकृति दोस्तों अल्कलीन प्रकृति है, ठीक है जी। तुसी इस तरह भी लिख लियो पंजाबी मीडियम वाले, अगर तुहानू अल्कलीन प्रकृति इस तरह नहीं समझ आ रहा तो अल्कलाइन नेचर हो गया इहदा ते फॉर्मूला इहदा यह हो गया, ठीक है जी। आही चीज़ आपां नूं पुछिया सीगा, फॉर्मूला ते प्रकृति पुछिया सीगा, जो कि असीं दस दिता। आह डायग्राम नूं भी तुसीं एक बारी चंगी तरह देख सकते हो, ठीक है जी। उस तो बाद दोस्तों अपना 19वां प्रश्न है। 19वां प्रश्न इंग्लिश मीडियम वाले अपना ये पढ़ लें तो आंसर देख लें। देखो की है 19वां प्रश्न, एक एसिड का दोस्तों जलमई घोल बिजली क्यों चलाता है, तो यदा आंसर दोस्तों होएगा एसिड आयन बनाने लई जलमई घोल विच दोस्तों वक हो जाते हैं, यह आयन संचालन बिजली लई जिम्मेवार हैं। तो यह तुहाडा आंसर है। 20वां प्रश्न दोस्तों देखो की इत्थे आ तुहाडा 20वां प्रश्न इंग्लिश मीडियम का, ठीक है जी। तो देखो यही प्रश्न पंजाबी मीडियम की आ, जो साबन नूं पानी विच मिलाया जाता है तो दोस्तों जिहड़ा हैगा वा माइकल बनते क्यों हैं, तो दोस्तों इसका आंसर है क्योंकि साबन के अणुआं की हाइड्रोकार्बन चेना हाइड्रोफोबिक होंदियां हन, जो कि दोस्तों आयोनिक सिरे हाइड्रोफिलिक होंदे हन, इसलिए जिहड़ा हैगा पानी विच घुलनशील होंदे हन। हुण 21वां प्रश्न दोस्तों आ रहा, तो देखो दोस्तों 21वां प्रश्न की है, तुसीं क्यों सोचते हो कि उत्तम गैसां नूं एक वक्रे वक्रे समूह विच रखिया गया है, तो दूजे समूह जिहड़े हैगे दूजे समूह तत्तां की तुलना विच उन्हां दी घट प्रक्रिया के कारण, ठीक है जी। तो दोस्तों इसका आंसर बस इन्ना का ही लाया होया बा, ठीक है जी, कि दूजे समूह के तत्तां की तुलना विच उन्हां दी घट प्रक्रिया के कारण इसका राइट आंसर हो जाएगा। तो हाँ इंग्लिश वाले भी तुसीं अपना इसनूं पढ़ लो आंसर, ठीक है। तो दोस्तों इंग्लिश वाले अपना आंसर ना जिहड़ा खुद ही इसनूं क्वेश्चन नूं पढ़ के अपना ही आंसर देख लेणगे। आपां सीधा जिहड़ा हैगा आपां सिर्फ जिहड़ा हैगा इत्थे पंजाबी दे विच करांगे। इंग्लिश मीडियम वाले अपना ही प्रश्न इत्थे लिखे हुए हैं, ठीक है जी। तो तुसीं इसनूं अपने आप ही रीड करी चलो, जिवें कि आ देखो 22वां प्रश्न इंग्लिश दे विच, 22वां पंजाबी दे विच, 23वां इंग्लिश दे विच, 23वां पंजाबी दे विच। तो आपां सीधा हुण पंजाबी दा करांगे, इंग्लिश मीडियम वाले अपना खुद ही देखी जाणगे। तो देखो दोस्तों हुण 22वां प्रश्न की है, जानवरां विच जिहड़ा हैगा वा रसायनिक तालमेल किवें हुंदा है, तो दोस्तों हार्मोन नामक विशेष रसायनिक पदार्थ राहीं, जो कि दोस्तों की है एंडोक्राइन ग्रंथियां विचों पैदा जिहड़ा हैगा वा हाँ जी हुंदा है, ठीक है जी, पैदा हुंदे हन। तो उस तो बाद दोस्तों की है हाउ इज़, हाँ जी यह तुहाडा प्रश्न लिखा है इंग्लिश दे विच, इसनूं पढ़ लो। तो देखो 23वां प्रश्न की इत्थे मनुक्खां विच दोस्तों बच्चे का लिंग किवें निर्धारित किया जाता है, मनुक्खां विच दोस्तों बच्चे का लिंग नर जिहड़ा हैगा दोस्तों अपना हैप्लोइड, ठीक है जी, हैप्लोइड सैलां जिस विच दोस्तों क्रोमोसोम का एक समूह हुंदा है, ठीक है जी, गैमेट की किस्म द्वारा दोस्तों निर्धारित किया जाता है, जो मादा अंडे नाल जुड़ता है। अगे है दोस्तों अपना 24वां प्रश्न, ठीक है जी। तो 24वां प्रश्न देख लो इत्थे आ देखो दोस्तों पंजाबी मीडियम दे विच अवतल दर्पण के मुख जिहड़ा हैगा वा कोकस दी फोकस आऊगा दोस्तों, इत्थे मिस प्रिंटिंग हो गया होना, तो इत्थे फोकस कर लियो, फोकस जिवें आ लिखिया ना फोकस, तो इत्थे दोस्तों फोकस की परिभाषा दिओ। तो देखो अवतल दर्पण के मुख धुरे के समांतर आ रही प्रकाश किरणां दर्पण नाल टकराउण तो बाद जिस बिंदु ते दोस्तों वो मिलदियां हन, उस नूं जिहड़ा हैगा वा उस बिंदु नूं दोस्तों मुख फोकस कहते हैं। अगे दोस्तों अपना वट इज़ द फंक्शन ऑफ पपिल, ठीक है जी, तो अपना सिलरी मसल इन ह्यूमन आई, तो तुसीं इसनूं रीड कर लेना वा इंग्लिश मीडियम वाले। पंजाबी मीडियम देखो दोस्तों मनुखी अख विच दोस्तों पुतली और सिलरी मांसपेशियां के जिहड़े हैगे की काम ने, तो देखो पुतली का काम की है दोस्तों, पुतली अख दे जिहड़ा हैगा वा अप रचर वजों काम करती है, रोशनी पुतली राहीं अख विच दाखल हुंदी है। मनुखी अख विच दोस्तों सिलरी जिहड़ा हैगा वा मसल जिहड़ी मांसपेशियां का काम, तो देखो सिलरी बाडी अख विच दोस्तों जिहड़ा हैगा तरल पैदा करती है, जिसनूं दोस्तों की है एक्यूज ह्यूमर कहा जाता है। इस विच दोस्तों सिलरी भी हुंदी है मांसपेशी, जो कि दोस्तों लेंज की शक्ल नूं जिहड़ी है बदलती है जदों तुहाडीआं अखां दे नेड़े दी वस्तु ते केंद्रित हुंदियां हन। उस तो बाद दोस्तों अपना प्रश्न की है नेम, 26वां प्रश्न नेम एंड एक्सप्लेन रूल शो इन फिगर आ इंग्लिश मीडियम का आंसर आ देख लो। यही प्रश्न दोस्तों कि चित्र में दिखाए गए नियम का नाम ते व्याख्या करो, ठीक है जी। तो दोस्तों आह देख लो तुहाडा यह चित्र आ, ठीक है जी। तो देखो सज्जा हाथ अंगूठा नियम यह हैगा वा, ठीक है जी। इस नियम अनुसार दोस्तों कल्पना करो कि तुसी अपने सज्जे हाथ में बिजली धारा लंघ रहे चालक नूं इस प्रकार पकड़िया होया है कि तुहाडा अंगूठा करंट की दिशा में संकेत करता है, तो तुहाडीआं उंगलियां दो वल चुंबकी खेत्र की दिशा नूं दर्शाउंदे हन। तो यह तुहाडा आंसर
हो जाएगा। तो उस तो बाद दोस्तों अपना 27वां प्रश्न, ठीक है जी, आप देख लो। तो ਇਹਨੂੰ ਪੰਜਾਬੀ ਦੇ ਵਿੱਚ ਦੇਖੋ ਦੋਸਤੋ ਕੀ ਹੈ, ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ। ਜੈਵਿਕ ਇੰਧਨ ਦੇ ਕੀ ਨੁਕਸਾਨ ਹਨ? ਤਾਂ ਦੋਸਤੋ ਦੇਖੋ ਕੀ ਹੈ, ਜੈਵਿਕ ਇੰਧਨ ਦੇ ਜਲਣ ਨਾਲ ਦੋਸਤੋ ਤੇਜ਼ਾਬੀ ਅਤੇ ਗ੍ਰੀਨ ਹਾਊਸ ਪ੍ਰਭਾਵ ਲਈ ਜ਼ਿੰਮੇਵਾਰ ਗੈਸ ਪੈਦਾ ਹੁੰਦੀਆਂ ਹਨ। ਜੈਵਿਕ ਇੰਧਨ ਊਰਜਾ ਦੇ ਗੈਰ ਨਵਿਆਉਣਯੋਗ ਸਰੋਤ ਹਨ। ਅੱਗੇ ਹੈ ਦੋਸਤੋ ਆਪਣਾ 28ਵਾਂ ਪ੍ਰਸ਼ਨ। ਤਾਂ 28ਵਾਂ ਪ੍ਰਸ਼ਨ ਇੰਗਲਿਸ਼ ਮੀਡੀਅਮ ਵਾਲੇ ਆਪਣਾ ਇਹ ਦੇਖ ਲੈਣ। ਪੰਜਾਬੀ ਦੇ ਵਿੱਚ ਦੇਖੋ ਦੋਸਤੋ ਕੀ ਹੈ, ਕੀ ਊਰਜਾ ਦਾ ਕੋਈ ਸਰੋਤ ਪ੍ਰਦੂਸ਼ਣ ਰਹਿਤ ਹੋ ਸਕਦਾ ਹੈ, ਕਿਉਂ ਜਾਂ ਫਿਰ ਕਿਉਂ ਨਹੀਂ? ਤਾਂ ਨਹੀਂ, ਕੋਈ ਵੀ ਊਰਜਾ ਸੋਮਾ ਪੂਰਨ ਰੂਪ ਵਿੱਚ ਪ੍ਰਦੂਸ਼ਣ ਰਹਿਤ ਨਹੀਂ ਹੋ ਸਕਦਾ ਹੈ। ਸੂਰਜੀ ਸੈੱਲ ਵਰਗੇ ਸੋਮਿਆਂ ਨੂੰ ਬਣਾਉਣ ਸਮੇਂ ਅਤੇ ਨਸ਼ਟ ਕਰਨ ਸਮੇਂ ਪ੍ਰਦੂਸ਼ਣ ਹੁੰਦਾ ਹੈ। ਅੱਗੇ ਹੈ 29ਵਾਂ ਪ੍ਰਸ਼ਨ। ਤਾਂ 29ਵਾਂ ਪ੍ਰਸ਼ਨ ਦਾ ਆਨਸਰ ਤੁਸੀਂ ਇੰਗਲਿਸ਼ ਮੀਡੀਅਮ ਵਾਲੇ ਪੜ੍ਹ ਲਓ ਪ੍ਰਸ਼ਨ ਤੇ ਉੱਤਰ, ਠੀਕ ਹੈ ਜੀ। ਇੱਥੇ ਵੀ ਦਿੱਤਾ ਹੋਇਆ ਵਾ ਤੇ ਥੋੜ੍ਹਾ ਜਿਹਾ ਤੁਹਾਡਾ ਇੱਥੇ ਵੀ ਦਿੱਤਾ ਹੋਇਆ, ਤੁਸੀਂ ਇਸ ਨੂੰ ਰੀਡ ਕਰ ਲਿਆ ਹੋਣਾ। ਤੇ ਹੁਣ ਪੰਜਾਬੀ ਮੀਡੀਅਮ ਵਾਲੇ ਦੇਖੋ ਪ੍ਰਸ਼ਨ ਕੀ ਹੈ, ਵਾਤਾਵਰਣ ਦੇ ਅਨੁਕੂਲ ਹੋਣ ਲਈ ਤੁਸੀਂ ਆਪਣੇ ਘਰ ਵਿੱਚ ਕਿਹੜੀਆਂ ਤਬਦੀਲੀਆਂ ਦਾ ਸੁਝਾਅ ਦੇਵੋਗੇ? ਤਾਂ ਦੇਖੋ ਸਾਰੇ ਬਲਬਾਂ ਦੀ ਟਿਊਬਾਂ ਦੀ ਜਗ੍ਹਾ ਤੇ ਦੋਸਤੋ LED ਬਲਬ ਲਗਾਉਣੇ ਚਾਹੀਦੇ ਹਨ, ਜਿਸ ਨੂੰ ਦੋਸਤੋ ਆਪਣਾ LED ਨੂੰ ਕੀ ਕਹਿੰਦੇ ਆ, ਲਾਈਟ ਐਮਿਟਿੰਗ ਡਿਓਇਡ, ਠੀਕ ਹੈ ਜੀ। ਘਰਾਂ ਵਿੱਚ ਕੁਦਰਤੀ ਹਵਾ ਤੇ ਪ੍ਰਕਾਸ਼ ਦੀ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਵਰਤੋਂ ਕਰਨੀ ਚਾਹੀਦੀ ਹੈ, ਠੀਕ ਹੈ ਜੀ। ਖਰੀਦਦਾਰੀ ਕਰਦੇ ਸਮੇਂ ਪਲਾਸਟਿਕ ਦੇ ਲਿਫਾਫਿਆਂ ਦੇ ਸਥਾਨ ਤੇ ਦੋਸਤੋ ਕੱਪੜੇ ਦੇ ਬੈਗ ਵੀ ਵਰਤੋਂ ਕਰਨੀ ਚਾਹੀਦੀ ਹੈ, ਠੀਕ ਹੈ। ਸਾਨੂੰ ਪਾਣੀ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ ਹੈ। ਖਾਣਾ ਬਣਾਉਣ ਲਈ ਦੋਸਤੋ LPG ਜਾਂ ਫਿਰ ਸੂਰਜੀ ਕੁੱਕਰਾਂ ਦੀ ਜਿਹੜੀ ਹੈਗੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤੁਹਾਡਾ ਆਨਸਰ ਹੋ ਗਿਆ ਦੋਸਤੋ। ਹੁਣ ਪਾਰਟ C ਹੈ, ਠੀਕ ਹੈ ਜੀ। ਤਾਂ ਦੇਖੋ ਡਿਫਾਈਨ ਆਕਸੀਡੇਸ਼ਨ, ਤਾਂ ਇਹ ਤੁਹਾਡਾ ਪ੍ਰਸ਼ਨ ਇੰਗਲਿਸ਼ ਮੀਡੀਅਮ ਦਾ, ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ। ਇਹਦਾ ਆਨਸਰ ਵੀ ਇੱਥੇ ਲਿਖਿਆ ਹੋਇਆ ਵਾ। ਤਾਂ ਪ੍ਰਸ਼ਨ ਦੇਖੋ ਪੰਜਾਬੀ ਮੀਡੀਅਮ ਦੇ ਵਿੱਚ ਕੀ ਆ, ਆਕਸੀਕਰਨ ਪਰਿਭਾਸ਼ਿਤ ਕਰੋ, ਠੀਕ ਹੈ ਜੀ। ਉਹਨਾਂ ਪਦਾਰਥਾਂ ਦੀ ਪਛਾਣ ਕਰੋ ਜੋ ਆਕਸੀਡਾਈਜ਼ ਹੁੰਦੇ ਹਨ ਅਤੇ ਉਹਨਾਂ ਪਦਾਰਥਾਂ ਦੀ ਜਿਹੜੀ ਹੈਗੀ ਆ ਪਛਾਣ ਕਰੋ ਜੋ ਹੇਠ ਦਿੱਤੀਆਂ ਪ੍ਰਤੀਕਿਰਿਆਵਾਂ ਵਿੱਚ ਘਟ ਜਾਂਦੇ ਹਨ, ਠੀਕ ਹੈ ਜੀ। ਤਾਂ ਇਹ ਤੁਹਾਡਾ ਦਿੱਤਾ ਹੋਇਆ ਵਾ ਜਿਵੇਂ ਕਿ, ਠੀਕ ਹੈ ਜੀ। ਤਾਂ ਦੇਖੋ ਕੀ ਹੈ ਇਹਦੇ ਆਨਸਰ, ਦਿੱਤੀ ਗਈ ਪ੍ਰਤੀਕਿਰਿਆ ਵਿੱਚ ਦੋਸਤੋ ਕਾਪਰ ਆਕਸਾਈਡ ਯਾਨੀ ਕਿ CuO ਨੂੰ ਤਾਂਬੇ ਵਿੱਚ Cu ਵਿੱਚ ਘਟਾ ਦਿੱਤਾ ਜਾਂਦਾ ਹੈ, ਜਦੋਂ ਕਿ ਹਾਈਡਰੋਜਨ H2 ਨੂੰ ਪਾਣੀ H2O ਵਿੱਚ ਆਕਸਾਈਡ ਕੀਤਾ ਜਾਂਦਾ ਹੈ। ਅੱਗੇ ਹੈ ਦੋਸਤੋ 31ਵਾਂ ਪ੍ਰਸ਼ਨ। ਤਾਂ 31ਵਾਂ ਪ੍ਰਸ਼ਨ ਆ ਤੁਸੀਂ ਰੀਡ ਕਰ ਲਓ ਇੰਗਲਿਸ਼ ਮੀਡੀਅਮ ਵਾਲੇ। ਆਹੀ ਪ੍ਰਸ਼ਨ ਪੰਜਾਬੀ ਮੀਡੀਅਮ ਵਿੱਚ ਦੇਖੋ ਦੋਸਤੋ ਕੀ ਹੈ, ਹਾਂਜੀ, ਫੰਕਸ਼ਨਲ ਗਰੁੱਪ ਜਾਂ ਫਿਰ ਦੋਸਤੋ ਕਾਰਜਸ਼ੀਲ ਸਮੂਹ, ਠੀਕ ਹੈ ਜੀ। ਕੁਝ ਵੀ ਹੋ ਸਕਦਾ ਵਾ ਦੋਨਾਂ ਵਿੱਚ, ਕੁਝ ਵੀ ਆ ਸਕਦਾ ਤੁਹਾਨੂੰ, ਕਿ ਫੰਕਸ਼ਨਲ ਗਰੁੱਪ ਦੱਸੋ ਜਾਂ ਫਿਰ ਕਾਰਜਸ਼ੀਲ ਸਮੂਹ ਨੂੰ ਪਰਿਭਾਸ਼ਿਤ ਕਰੋ, ਠੀਕ ਹੈ। ਚਿੱਤਰ ਵਿੱਚ ਦਿਖਾਏ ਗਏ ਮਿਸ਼ਰਣ ਦਾ IUPAC ਨਾਮ ਕੀ ਹੈ? ਮਿਸ਼ਰਣ ਵਿੱਚ ਦੋਸਤੋ ਮੌਜੂਦ ਕਾਰਜਸ਼ੀਲ ਸਮੂਹ ਦਾ ਨਾਂ ਕੀ ਹੈ, ਠੀਕ ਹੈ ਜੀ। ਤਾਂ ਦੋਸਤੋ ਚਲੋ ਦੇਖਦੇ ਹਾਂ, ਫੰਕਸ਼ਨਲ ਗਰੁੱਪ ਜਾਂ ਫਿਰ ਕਾਰਜਸ਼ੀਲ ਸਮੂਹ ਉਹ ਹੁੰਦੇ ਹਨ ਜਿਵੇਂ ਕਿ ਦੋਸਤੋ ਫੰਕਸ਼ਨਲ ਗਰੁੱਪ ਇੱਕ ਪਰਮਾਣੂ ਜਾਂ ਫਿਰ ਦੋਸਤੋ ਪਰਮਾਣੂਆਂ ਦਾ ਸਮੂਹ ਹੁੰਦਾ ਹੈ ਜੋ ਮਿਸ਼ਰਣ ਦੀਆਂ ਵਿਸ਼ੇਸ਼ਤਾਵਾਂ ਲਈ ਜ਼ਿੰਮੇਵਾਰ ਹੁੰਦਾ ਹੈ, ਠੀਕ ਹੈ ਜੀ। ਤਾਂ ਇਹਦਾ IUPAC ਨਾਮ ਦੋਸਤੋ ਕੀ ਹੈ? ਪ੍ਰੋਪੇਨ, ਠੀਕ ਹੈ ਜੀ, ਪ੍ਰੋਪਾਨੇਨ, ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਮਿਸ਼ਰਣ ਵਿੱਚ ਦੋਸਤੋ ਮੌਜੂਦ ਕਾਰਜਸ਼ੀਲ ਸਮੂਹ ਦਾ ਨਾਮ ਦੋਸਤੋ ਕੀ ਹੈ? ਕੀਟੋਨ। ਇਸ ਦਾ ਰਾਈਟ ਆਨਸਰ ਹੋ ਜਾਏਗਾ। ਹਾਂ ਤੁਸੀਂ ਡਾਇਗਰਾਮ ਵੀ ਦੇਖ ਸਕਦੇ ਹੋ। ਹੁਣ ਦੋਸਤੋ 32ਵਾਂ ਪ੍ਰਸ਼ਨ ਹੈ। 32ਵਾਂ ਪ੍ਰਸ਼ਨ ਦੋਸਤੋ ਆ ਦੇਖ ਲਓ, ਤੁਸੀਂ ਰੀਡ ਕਰ ਲਓ ਤੇ ਇਹਦਾ ਆਨਸਰ ਵੀ ਲਿਖਿਆ ਹੋਇਆ ਇੰਗਲਿਸ਼ ਮੀਡੀਅਮ ਦਾ। ਤੇ ਹੁਣ ਦੋਸਤੋ ਇਹੀ ਪ੍ਰਸ਼ਨ ਨੂੰ ਪੰਜਾਬੀ ਮੀਡੀਅਮ ਵਿੱਚ ਦੇਖੋ ਕੀ ਹੈ, ਇੱਕ ਪਰਮਾਣੂ ਦੀ ਇਲੈਕਟ੍ਰੋਨਿਕ ਸੰਰਚਨਾ ਆਧੁਨਿਕ ਆਵਰਤੀ ਸਾਰਣੀ ਵਿੱਚ ਇਸ ਦੀ ਸਥਿਤੀ ਨਾਲੋਂ ਕਿਵੇਂ ਸੰਬੰਧਿਤ ਹੈ? ਤਾਂ ਦੋਸਤੋ ਆਨਸਰ ਹੈ ਇਸ ਦਾ ਆਧੁਨਿਕ ਆਵਰਤੀ ਸਾਰਣੀ ਵਿੱਚੋਂ ਇੱਕ ਤੱਤ ਦੀ ਇਲੈਕਟ੍ਰੋਨਿਕ ਸੰਰਚਨਾ ਜਿਹੜਾ ਹੈਗਾ ਬੈਲੈਂਸ ਇਲੈਕਟ੍ਰੋਨਾਂ ਦੀ ਸੰਖਿਆ ਨੂੰ ਨਿਰਧਾਰਿਤ ਕਰਦੀ ਹੈ, ਜਦੋਂ ਕਿ ਦੋਸਤੋ ਪਰਮਾਣੂ ਦੀ ਸਥਿਤੀ ਜਿਹੜੀ ਹੈਗੀ ਬੈਲੈਂਸ ਇਲੈਕਟ੍ਰੋਨਾਂ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ, ਠੀਕ ਹੈ ਜੀ। ਤੇ ਹੁਣ ਦੋਸਤੋ ਆਪਣਾ 33ਵਾਂ ਪ੍ਰਸ਼ਨ ਹੈ, ਠੀਕ ਹੈ ਜੀ। ਕੀ ਹੈ ਦੋਸਤੋ, ਵਾਟ ਆਰ ਦਾ ਡਿਫਰੈਂਸ ਬਿਟਵੀਨ ਐਰੋਬਿਕ ਐਂਡ ਐਨਐਰੋਬਿਕ ਰੈਸਪੀਰੇਸ਼ਨ? ਨੇਮ ਸਮ ਆਰਗੈਨਿਜ਼ਮ ਦੈਟ ਯੂਜ਼ ਐਨਐਰੋਬਿਕ ਮੋਡ ਆਫ ਰੈਸਪੀਰੇਸ਼ਨ, ਠੀਕ ਹੈ। ਤਾਂ ਦੋਸਤੋ ਚਲੋ ਇਹਦਾ ਆਪਾਂ ਆਨਸਰ ਦੇਖਦੇ ਹਾਂ, PDF ਦੇ ਵਿੱਚ ਮੈਂ ਬਣਾਈ ਹੋਈ ਹੈ ਇਹਦੀ ਪ੍ਰਸ਼ਨ। ਆਹੀ ਤੁਹਾਡਾ 33ਵਾਂ ਪ੍ਰਸ਼ਨ ਪੰਜਾਬੀ ਮੀਡੀਅਮ ਵਾਲੇ, ਕਿ ਐਰੋਬਿਕ ਯਾਨੀ ਕਿ ਦੋਸਤੋ ਐਰੋਬਿਕ ਨੂੰ ਤੁਸੀਂ ਪੰਜਾਬੀ ਦੇ ਵਿੱਚ ਕਹੋਗੇ ਆਕਸੀ ਸਵਾਸ ਕਿਰਿਆ ਅਤੇ ਐਨਐਰੋਬਿਕ ਨੂੰ ਤੁਸੀਂ ਕਹੋਗੇ, ਠੀਕ ਹੈ ਜੀ, ਐਨਐਰੋਬਿਕ ਨੂੰ ਕਹੋਗੇ ਤੁਸੀਂ ਅਨਆਕਾਸੀ ਜਿਹੜਾ ਹੈਗਾ ਆਕਸੀ ਸਵਾਸ ਕਿਰਿਆ ਲੈਣ ਵਿੱਚ ਦੋਸਤੋ ਕੀ ਅੰਤਰ ਹਨ? ਕੁਝ ਜੀਵਾਣੂਆਂ ਦੇ ਨਾਮ ਦੱਸੋ ਜੋ ਸਾਹ ਲੈਣ ਦੇ ਐਨਐਰੋਬਿਕ ਮੋਡ ਦੀ ਵਰਤੋਂ ਕਰਦੇ ਹਨ, ਯਾਨੀ ਕਿ ਦੋਸਤੋ ਜਿਹੜਾ ਹੈਗਾ ਐਨਐਰੋਬਿਕ ਮਤਲਬ ਅਨਆਕਾਸੀ ਸਵਾਸ ਕਿਰਿਆ ਦੀ, ਠੀਕ ਹੈ ਜੀ। ਤਾਂ ਚਲੋ ਦੋਸਤੋ PDF ਦੇ ਵਿੱਚ ਇਸ ਦਾ ਆਨਸਰ ਦੇਖ ਲੈਂਦੇ ਹਾਂ, ਮੈਂ ਲੱਭਿਆ ਹੋਇਆ। ਤਾਂ ਦੋਸਤੋ ਦੇਖੋ ਦੇਖੋ ਆਹੀ ਪ੍ਰਸ਼ਨ ਹੈ ਨਾ ਤੁਹਾਡਾ, ਠੀਕ ਹੈ ਜੀ, ਜਿਸ ਨੂੰ ਆਪਾਂ ਐਨਐਰੋਬਿਕ ਜਾਂ ਫਿਰ ਦੋਸਤੋ ਜਿਹੜਾ ਹੈਗਾ ਵਾ ਇਸ ਨੂੰ ਦੂਸਰਾ ਨਾਮ ਜਿਹੜਾ ਪੰਜਾਬੀ ਦੇ ਵਿੱਚ ਆਕਸੀ ਸਵਾਸ ਕਿਰਿਆ ਕਹਿੰਦੇ ਆ। ਤੁਹਾਨੂੰ ਆਹੀ ਪੁੱਛੂਗਾ, ਠੀਕ ਹੈ ਜੀ। ਅਗਰ ਇਹ ਇੰਗਲਿਸ਼ ਦੇ ਵਿੱਚ ਦੇਖਣਗੇ ਤਾਂ ਉਹਨਾਂ ਨੂੰ ਇਹ ਇਸ ਤਰ੍ਹਾਂ ਪੁੱਛੂਗਾ ਐਰੋਬਿਕ ਤੇ ਐਨਐਰੋਬਿਕ, ਠੀਕ ਹੈ ਜੀ। ਬਟ ਪੰਜਾਬੀ ਮੀਡੀਅਮ ਨੂੰ ਇਹੀ ਆਊਗਾ ਆਕਸੀ ਸਵਾਸ ਕਿਰਿਆ ਤੇ ਅਨਆਕਸੀ ਸਵਾਸ ਕਿਰਿਆ ਵਿੱਚ ਅੰਤਰ। ਤਾਂ ਦੋਸਤੋ ਚਲੋ ਅੰਤਰ ਦੇਖਦੇ ਹਾਂ। ਇਹਦਾ ਕੀ ਹੈ? ਸਭ ਤੋਂ ਪਹਿਲਾਂ ਆਕਸੀ ਯਾਨੀ ਕਿ ਐਰੋਬਿਕ ਵਾਲਾ ਤੇ ਅਨਆਕਸੀ ਮਤਲਬ ਦੋਸਤੋ ਐਨਐਰੋਬਿਕ, ਠੀਕ ਹੈ ਜੀ। ਤਾਂ ਦੇਖੋ ਇਹਦੇ ਵਿੱਚ ਪਹਿਲਾ ਪੁਆਇੰਟ ਕੀ ਹੈ, ਇਹ ਕਿਰਿਆ ਜਿਹੜਾ ਹੈਗਾ ਵਾ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦਾ ਹੈ। ਇਹ ਕਿਰਿਆ ਦੋਸਤੋ ਆਕਸੀਜਨ ਦੀ ਜਿਹੜੀ ਹੈ ਗੈਰ ਮੌਜੂਦਗੀ ਵਿੱਚ ਹੁੰਦਾ ਹੈ। ਇਹ ਕਿਰਿਆ ਦੋਸਤੋ ਸੈੱਲਾਂ ਦੇ ਜੀਵਿਤ ਅਤੇ ਮਾਈਟੋਕਾਂਡਰੀਆ ਦੋਵਾਂ ਵਿੱਚ ਪੂਰਨ ਹੁੰਦੀ ਹੈ। ਇਹ ਕਿਰਿਆ ਸਿਰਫ ਦੋਸਤੋ ਜੀਵਿਤ ਵਿੱਚ ਹੀ ਦੋਸਤੋ ਪੂਰੀ ਹੁੰਦੀ ਹੈ। ਇਸ ਕਿਰਿਆ ਵਿੱਚ ਦੋਸਤੋ ਜਿਹੜਾ ਹੈਗਾ ਗਲੂਕੋਜ਼ ਦਾ ਪੂਰੀ ਤਰ੍ਹਾਂ ਜਿਹੜਾ ਹੈਗਾ ਵਾ ਆਕਸੀਕਰਨ ਹੁੰਦਾ ਹੈ, ਠੀਕ ਹੈ। ਇਸ ਕਿਰਿਆ ਵਿੱਚ ਜਿਹੜਾ ਹੈਗਾ ਗਲੂਕੋਜ਼ ਦਾ ਅਪੂਰਨ ਆਕਸੀਕਰਨ ਹੁੰਦਾ ਹੈ। ਇਸ ਕਿਰਿਆ ਵਿੱਚ ਦੋਸਤੋ CO2 H2O ਬਣਦਾ ਹੈ। ਇਸ ਵਿੱਚ ਦੋਸਤੋ ਕਿਰਿਆ ਵਿੱਚ ਅਲਕੋਹਲ ਅਤੇ CO2
ਬਣਦਾ ਹੈ। ਠੀਕ ਹੈ ਜੀ। ਇਸ ਕਿਰਿਆ ਵਿੱਚ ਦੋਸਤੋ ਕੀ ਹੈ, ਹਾਂਜੀ ਇਸ ਕਿਰਿਆ ਵਿੱਚ ਦੋਸਤੋ ਗਲੂਕੋਜ਼ ਦੇ ਇੱਕ ਅਣੂ ਵਿੱਚ 38 ATP ਅਣੂ ਮੁਕਤ ਹੁੰਦੇ ਹਨ। ਇਸ ਕਿਰਿਆ ਵਿੱਚ ਦੋਸਤੋ ਗਲੂਕੋਜ਼ ਦੇ ਇੱਕ ਅਣੂ ਦੇ 2 ATP ਅਣੂ ਮੁਕਤ ਹੁੰਦੇ ਹਨ। ਗਲੂਕੋਜ਼, ਠੀਕ ਹੈ ਜੀ, ਗਲੂਕੋਜ਼ ਦੇ ਇੱਕ ਅਣੂ ਦੇ ਅਣੂ ਦੇ ਪੂਰੀ ਤਰ੍ਹਾਂ ਦੋਸਤੋ ਆਕਸੀਕਰਨ ਤੋਂ 673 ਕਿਲੋ ਕੈਲੋਰੀ ਊਰਜਾ ਮੁਕਤ ਹੁੰਦੀ ਹੈ। ਇਹਦੇ ਵਿੱਚ ਦੋਸਤੋ ਗਲੂਕੋਜ਼ ਦੇ ਅਣੂ ਅਧੂਰੇ ਆਕਸੀਕਰਨ ਨਾਲ ਦੋਸਤੋ 21 ਕਿਲੋ ਕਲੋਰੋ ਜਿਹੜੀ ਹੈਗੇ ਕੈਲੋਰੀ ਜਿਹੜੀ ਹੈਗੇ ਦੋਸਤੋ ਊਰਜਾ ਮੁਕਤ ਹੁੰਦੀ ਹੈ। 7ਵਾਂ ਪੁਆਇੰਟ ਹੈ ਦੋਸਤੋ, ਇਸ ਕਿਰਿਆ ਨੂੰ ਹੇਠ ਲਿਖੇ ਸਮੀਕਰਨ ਦੁਆਰਾ ਦਿਖਾਇਆ ਜਾ ਸਕਦਾ ਹੈ, ਜੋ ਕਿ ਤੁਹਾਡਾ ਇਹ ਲਿਖਿਆ ਹੋਇਆ ਹੈ। ਠੀਕ ਹੈ, ਇਸ ਨੂੰ ਤੁਸੀਂ ਦੇਖ ਲਓ। ਇਸ ਕਿਰਿਆ ਨੂੰ ਦੋਸਤੋ ਹੇਠ ਲਿਖੇ ਜਿਹੜਾ ਹੈਗਾ ਸਮੀਕਰਨ ਦੁਆਰਾ ਦਿਖਾਇਆ ਜਾ ਸਕਦਾ ਹੈ, ਜੋ ਕਿ ਆਹ ਤੁਹਾਡਾ ਦਿੱਤਾ ਹੋਇਆ ਵਾ, ਤੁਸੀਂ ਇਸ ਨੂੰ ਦੇਖ ਸਕਦੇ ਹੋ। ਤੇ ਇਹਦੇ ਨਾਲ ਹੀ ਦੋਸਤੋ ਇੱਕ ਹੋਰ ਗੱਲ ਇਹਨਾਂ ਨੇ ਪੁੱਛੀ ਹੋਈ ਸੀ ਪ੍ਰਸ਼ਨ ਦੇ ਵਿੱਚ। ਚਲੋ ਐਂ ਕਰੋ ਨਾ, ਪੰਜਾਬੀ ਮੀਡੀਅਮ ਵਾਲੇ ਦਾ ਹੋ ਗਿਆ, ਹੁਣ ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ ਐਰੋਬਿਕ ਤੇ ਐਨਾਰੋਬਿਕ ਦਾ ਡਿਫਰੈਂਸ ਬਿਟਵੀਨ। ਠੀਕ ਹੈ ਜੀ, ਆਹੀ ਤੁਹਾਡਾ ਦਿੱਤਾ ਹੋਇਆ ਸੀਗਾ, ਤੁਸੀਂ ਇਸ ਨੂੰ ਦੇਖ ਸਕਦੇ ਹੋ। ਤੁਹਾਡਾ ਇਹ ਆਨਸਰ ਹੈਗਾ ਵਾ ਇੰਗਲਿਸ਼ ਮੀਡੀਅਮ ਦਾ। ਠੀਕ ਹੈ ਜੀ, ਤਾਂ ਇਹ ਤੁਹਾਡਾ ਹੋ ਗਿਆ, ਹਾਂਜੀ ਹੋ ਗਿਆ। ਤੇ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਇੱਕ ਹੋਰ ਵੀ ਚੀਜ਼ ਇੱਥੇ ਪੁੱਛੀ ਹੋਈ ਸੀ ਕਿ ਬਈ ਕੁਝ ਜੀਵਾਣੂਆਂ ਦੇ ਨਾਮ ਦੱਸੋ ਜੋ ਸਾਹ ਲੈਣ ਦੇ ਐਨੋਰੋਬਿਕ ਮੋਡ ਦੀ ਵਰਤੋਂ ਕਰਦੇ ਹਨ। ਠੀਕ ਹੈ ਜੀ, ਇਸੇ ਤਰ੍ਹਾਂ ਦੋਸਤੋ ਤੁਹਾਡਾ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਆਹੀ ਚੀਜ਼ ਪੁੱਛੀ ਹੋਈ ਸੀ। ਠੀਕ ਹੈ ਜੀ, ਤਾਂ ਦੋਸਤੋ ਚਲੋ ਆਨਸਰ ਦੇਖਦੇ ਹਾਂ। ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਆਪਣਾ, ਜਿਵੇਂ ਕਿ ਆਹ ਦੇਖ ਲਓ, ਖਮੀਰ, ਅੱਗੇ ਦੋਸਤੋ ਆਪਣਾ ਮਲਟੀ ਸੈਲੂਲਰ ਨੈਰਿਡ, ਠੀਕ ਹੈ ਜੀ, ਪ੍ਰੋਟੋਜ਼ੋਨ, ਬੈਕਟੀਰੀਆ, ਕੁਝ ਜੀਵ ਹਨ ਜੋ ਦੋਸਤੋ ਸਾਹ ਲੈਂਦੇ ਹਨ ਐਨੋਰੋਬਿਕ ਸਾਹ ਪ੍ਰਣਾਲੀ ਦੇ ਵਿੱਚ। ਠੀਕ ਹੈ, ਇਸੇ ਤਰ੍ਹਾਂ ਦੋਸਤੋ ਤੁਹਾਡਾ ਇਹ ਇੰਗਲਿਸ਼ ਮੀਡੀਅਮ ਦਾ ਹੈਗਾ ਵਾ। ਠੀਕ ਹੈ ਜੀ, ਤਾਂ ਤੁਸੀਂ ਇਸ ਨੂੰ ਇਹ ਲਿਖ ਦੇਣਾ ਵਾ। ਤਾਂ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਇਹਦੇ ਵਿੱਚ, ਹਾਂਜੀ, ਡਰਾ ਦਾ ਸਟਰਕਚਰ ਆਫ ਨਿਊਰਨ ਐਂਡ ਐਕਸਪਲੇਨ ਇਟਸ ਫੰਕਸ਼ਨ। ਠੀਕ ਹੈ ਜੀ, ਯਾਨੀ ਕਿ ਨਿਊਰੋਨ ਦੀ ਬਣਤਰ ਖਿੱਚੋ ਅਤੇ ਇਸ ਦੇ ਕਾਰਜ ਦੀ ਜਿਹੜੀ ਹੈਗੀ ਆ ਵਿਆਖਿਆ। ਤਾਂ ਦੋਸਤੋ ਦੇਖੋ, ਆਹੀ ਤੁਹਾਡਾ ਪ੍ਰਸ਼ਨ ਸੀਗਾ, ਇੱਕ ਨਿਊਰੋਨ ਦੀ ਬਣਤਰ ਖਿੱਚੋ ਅਤੇ ਇਸ ਦੇ ਕਾਰਜ ਦੀ ਵਿਆਖਿਆ ਕਰੋ। ਤਾਂ ਦੇਖੋ ਦੋਸਤੋ, ਨਿਊਰੋਨਸ ਦਿਮਾਗੀ ਪ੍ਰਣਾਲੀ ਦੀ ਬੁਨਿਆਦੀ ਇਕਾਈ ਹਨ। ਨਿਊਰੋਨਸ ਨੂੰ ਨਰਵ ਸੈੱਲਾਂ ਵੀ ਕਿਹਾ ਜਾਂਦਾ ਹੈ। ਨਿਊਰੋਨਸ ਦਾ ਮੁੱਖ ਕੰਮ ਪ੍ਰਾਪਤ ਜਾਣਕਾਰੀ ਨੂੰ ਪਾਸ ਕਰਨਾ ਅਤੇ ਜਿਹੜਾ ਹੈਗਾ ਵਾ ਸਰੀਰ ਦੇ ਬਾਕੀ ਹਿੱਸਿਆਂ ਨੂੰ ਉਚਿਤ ਸੰਕੇਤ ਭੇਜਣਾ ਹੈ। ਪ੍ਰਾਪਤ ਸਿਗਨਲਾਂ ਬਿਜਲਈ ਸਿਗਨਲਾਂ ਦੇ ਰੂਪ ਵਿੱਚ ਹੁੰਦੇ ਹਨ। ਨਿਊਰੋਨ ਵਿੱਚ ਜਿਹੜਾ ਹੈਗਾ ਵਾ ਡੈਂਡਰਾਈਟ, ਐਕਸੋਨ, ਠੀਕ ਹੈ ਜੀ, ਅਤੇ ਸੈੱਲ ਬਾਡੀ ਸ਼ਾਮਿਲ ਹੁੰਦੇ ਹਨ। ਡੈਂਡਰਾਈਟਸ ਅਤੇ ਆਲੇ ਦੁਆਲੇ ਤੋਂ ਸੰਦੇਸ਼ ਪ੍ਰਾਪਤ ਕਰਦੇ ਹਨ ਅਤੇ ਇਸ ਨੂੰ ਜਿਹੜਾ ਹੈਗਾ ਸੈੱਲ ਬਾਡੀ ਨੂੰ ਭੇਜਦੇ ਹਨ। ਸੈੱਲ ਬਾਡੀ ਵਿੱਚ ਨਿਊਕਲੀਅਸ ਤੇ ਆਪਣਾ ਦੋਸਤੋ ਮਾਈਟੋਕੌਂਡਰੀਆ, ਠੀਕ ਹੈ ਜੀ, ਅਤੇ ਹੋਰ ਅੰਗ ਹੁੰਦੇ ਹਨ। ਅੱਗੇ ਹੈ ਦੋਸਤੋ ਆਪਣਾ ਐਕਸੋਨ ਸੰਦੇਸ਼ ਨੂੰ ਜਿਹੜਾ ਹੈਗਾ ਵਾ ਸੈੱਲ ਬਾਡੀ ਤੋਂ ਦੂਰ ਭੇਜਦਾ ਹੈ। ਠੀਕ ਹੈ ਜੀ, ਇਸ ਨੂੰ ਅਗਲੇ ਪ੍ਰਾਪਤ ਕਰਨ ਵਾਲੇ ਨਿਊਰੋਨ ਤੱਕ ਪਹੁੰਚਾਉਂਦਾ ਹੈ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਤੁਸੀਂ ਆਹ ਡਾਇਗਰਾਮ ਵੀ ਦੇਖ ਸਕਦੇ ਹੋ ਦੋਸਤੋ, ਇਹਦੀ ਡਾਇਗਰਾਮ ਵੀ ਬਣਾਈ ਹੋਈ ਹੈ, ਤੁਸੀਂ ਆਹ ਡਾਇਗਰਾਮ ਵੀ ਬਣਾ ਦੇਣੀ ਆ ਜਿਵੇਂ ਕਿ। ਠੀਕ ਹੈ ਜੀ, ਆਹ ਤੁਹਾਡਾ ਪੁਆਇੰਟ ਵੀ ਦਿੱਤੇ ਹੋਏ ਆ, ਫਸਟ ਪੁਆਇੰਟ, ਸੈਕਿੰਡ, ਥਰਡ ਤੇ ਇਹ ਫੋਰਥ। ਤਾਂ ਤੁਹਾਡਾ ਇਹ ਆਨਸਰ ਹੋ ਜਾਏਗਾ। ਇਹੀ ਪ੍ਰਸ਼ਨ ਦੋਸਤੋ ਤੁਹਾਡਾ ਇੰਗਲਿਸ਼ ਮੀਡੀਅਮ ਵਾਲੇ ਵਿਦਿਆਰਥੀ ਦੇਖ ਲੈਣ, ਡਰਾ ਸਟਰਕਚਰ ਆਫ ਨਿਊਰਨ ਐਂਡ ਐਕਸਪਲੇਨ ਇਟਸ ਫੰਕਸ਼ਨ। ਠੀਕ ਹੈ ਜੀ, ਤਾਂ ਤੁਹਾਡਾ ਇਹ ਆਨਸਰ ਹੋ ਜਾਏਗਾ ਜਿਵੇਂ ਕਿ ਤੁਸੀਂ ਆਹ ਸਕਰੀਨ ਤੇ ਦੇਖ ਰਹੇ ਹੋ, ਤੇ ਤੁਹਾਡੀ ਆਹ ਡਾਇਗਰਾਮ ਵੀ ਹੋ ਜਾਏਗੀ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਇਹਨਾਂ ਨੇ ਪੁੱਛਿਆ ਹੋਇਆ ਵਾ, ਹਾਂਜੀ, ਵਟ ਇਜ਼ ਮਾਇਓਪੀਆ, ਵਟ ਆਰ ਦਾ ਰੀਜ਼ਨ ਫॉर ਇਟ, ਹਾਊ ਦਾ ਡਿਫੈਕਟਡ ਇਟ ਇਜ਼ ਕਰੈਕਟਡ, ਡਰਾ ਡਾਇਗਰਾਮ ਆਫ ਮਾਇਓਪੀਆ ਆਈ। ਠੀਕ ਹੈ ਜੀ, ਯਾਨੀ ਕਿ ਦੋਸਤੋ ਮਾਇਓਪੀਆ ਕੀ ਹੈ, ਇਸ ਦੇ ਕਾਰਨ ਅਤੇ ਨੁਕਸ ਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ। ਮਾਇਓਪੀਆ ਅੱਖ ਦਾ ਜਿਹੜਾ ਹੈਗਾ ਚਿੱਤਰ ਬਣਾਓ। ਤਾਂ ਚਲੋ ਦੇਖਦੇ ਹਾਂ ਦੋਸਤੋ ਆਨਸਰ, ਆਹੀ ਤੁਹਾਡਾ ਪ੍ਰਸ਼ਨ ਹੈ, ਮਾਇਓਪੀਆ ਕੀ ਹੈ, ਇਸ ਦੇ ਕਾਰਨ ਦੱਸੋ, ਲੈਵਲ ਵਾਲੇ ਕਿਰਨ ਚਿੱਤਰ ਦੀ ਮਦਦ ਨਾਲ ਸਮਝਾਓ, ਇਸ ਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ। ਤਾਂ ਦੇਖੋ, ਮਾਇਓਪੀਆ ਦ੍ਰਿਸ਼ਟੀ ਦਾ ਇੱਕ ਨੁਕਸ ਹੈ। ਠੀਕ ਹੈ ਜੀ, ਜਿਸ ਵਿੱਚ ਦੋਸਤੋ ਕੋਈ ਵਿਅਕਤੀ ਆਸ-ਪਾਸ ਦੀਆਂ ਸਾਰੀਆਂ ਵਸਤੂਆਂ ਨੂੰ ਸਾਫ਼ ਜਿਹੜਾ ਹੈਗਾ ਵਾ ਕੀ ਹੈ ਦੀਆਂ ਵਸਤੂਆਂ, ਸਾਰੀਆਂ ਵਸਤੂਆਂ ਨੂੰ ਸਾਫ਼ ਦੇਖਦਾ ਹੈ, ਪਰ ਉਸ ਵੱਖਰੀ ਵਸਤੂ ਨੂੰ ਆਰਾਮ ਨਾਲ ਨਹੀਂ ਦੇਖ ਸਕਦਾ ਅਤੇ ਉਸ ਦੀ ਅੱਖ ਨੂੰ ਮਾਇਓਪੀਆ ਆਇਆ ਜਿਹੜਾ ਹੈਗਾ ਵਾ ਕਿਹਾ ਜਾਂਦਾ ਹੈ। ਠੀਕ ਹੈ ਜੀ, ਇੱਕ ਮਾਇਓਪਿਕ ਅੱਖ ਦਾ ਉਸ ਅਨੰਨਤਾ ਦੇ ਨੇੜੇ ਦੂਰ ਪ੍ਰਿੰਟ ਹੁੰਦਾ ਹੈ। ਠੀਕ ਹੈ ਜੀ, ਇਹ ਰੈਟੀਨਾ ਦੇ ਸਾਹਮਣੇ ਇੱਕ ਵੱਖਰੀ ਵਸਤੂ ਦਾ ਚਿੱਤਰ ਬਣਾਉਂਦਾ ਹੈ, ਜਿਵੇਂ ਕਿ ਦੋਸਤੋ ਚਿੱਤਰ A ਵਿੱਚ ਦਿਖਾਇਆ ਗਿਆ ਹੈ ਕਿ ਮਾਇਓਪੀਆ ਦੇ ਜਿਹੜੇ ਹੈਗੇ ਕਾਰਨ ਹੋ ਸਕਦਾ ਹੈ, ਜਿਵੇਂ ਕਿ ਵਕਰਤਾ ਵਿੱਚ ਵਾਧਾ ਜੇਕਰ ਲੈਂਸ, ਠੀਕ ਹੈ ਜੀ, ਲੰਬਾਈ ਵਿੱਚ ਵਾਧਾ ਜੇ ਅੱਖ ਵਾਲ। ਠੀਕ ਹੈ ਜੀ, ਅੱਗੇ ਦੋਸਤੋ ਕਿਉਂਕਿ ਕਨਕੇਵ ਲੈਂਸ ਵਿੱਚ ਆਉਣ ਵਾਲੀਆਂ ਕਿਰਨਾਂ ਨੂੰ ਵੱਖ ਕਰਨ ਦੀ ਜਿਹੜੀ ਹੈਗੀ ਸਮਰੱਥਾ ਹੁੰਦੀ ਹੈ। ਇਸ ਲਈ ਦੋਸਤੋ ਅਸੀਂ ਇਸ ਦੀ ਵਰਤੋਂ ਦ੍ਰਿਸ਼ਟੀ ਦੇ ਇਸ ਨੁਕਸ ਨੂੰ ਠੀਕ ਕਰਨ ਲਈ ਕਰਦੇ ਹਾਂ। ਚਿੱਤਰ B ਵਿੱਚ ਦੋਸਤੋ ਦਰਸਾਏ ਅਨੁਸਾਰ ਢੁਕਵੀਂ ਅਤੇ ਸ਼ਕਤੀ ਦੇ ਇੱਕ ਅਵਤਲ ਲੈਂਸ ਦੀ ਵਰਤੋਂ ਕਰਕੇ ਚਿੱਤਰ ਨੂੰ ਤੁਹਾਡੇ ਰੈਟੀਨਾ ਬਣਾਉਣ ਦੀ ਇਜਾਜ਼ਤ ਦਿੰਦੀ ਹੈ, ਜਿਵੇਂ ਕਿ ਤੁਹਾਡਾ ਇਹ ਡਾਇਗਰਾਮ ਦਿੱਤੀ ਹੋਈ ਆ। ਠੀਕ ਹੈ ਜੀ, ਤਾਂ ਤੁਸੀਂ ਦੇਖ ਸਕਦੇ ਹੋ। ਇਸੇ ਤਰ੍ਹਾਂ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਆਪਣਾ ਪ੍ਰਸ਼ਨ ਦੇਖ ਲੈਣ, ਆਹ ਤੁਹਾਡਾ ਪ੍ਰਸ਼ਨ ਸੀਗਾ। ਠੀਕ ਹੈ ਜੀ, ਤੇ ਤੁਸੀਂ ਇਸ ਦਾ ਆਨਸਰ ਇਸ ਤਰ੍ਹਾਂ ਲਿਖਣਾ ਵਾ, ਮਾਇਓਪੀਆ ਇਜ਼ ਦ ਡਿਫੈਕਟ ਆਫ ਵਿਜ਼ਨ ਇਨ ਵਿਚ ਪਰਸਨ ਕਲੀਅਰਲੀ ਸੀ ਆਲ ਦਾ ਨੀਅਰ ਬੀ ਆਬਜੈਕਟਸ ਬਟ ਇਟ ਇਜ਼ ਅਨੇਬਲ ਟੂ ਸੀ ਦਾ ਡਿਸਟਿੰਕਟ ਆਬਜੈਕਟ। ਠੀਕ ਹੈ ਜੀ, ਤਾਂ ਤੁਸੀਂ ਇਸ ਦਾ ਆਨਸਰ ਇਹ ਲਿਖ ਲੈਣਾ ਵਾ, ਇਸ ਤਰ੍ਹਾਂ ਤੁਹਾਡਾ ਇਹ ਆਨਸਰ ਆ। ਠੀਕ ਹੈ ਜੀ, ਤੇ ਬਾਕੀ ਤੁਹਾਡਾ ਇਹ ਡਾਇਗਰਾਮ ਜਿਹੜੀ ਹੈਗੀ, ਤੁਸੀਂ ਆਹ ਡਾਇਗਰਾਮ ਵੀ ਦੇਖ ਸਕਦੇ ਹੋ, ਇਹ ਇੰਗਲਿਸ਼ ਮੀਡੀਅਮ ਦੀ ਡਾਇਗਰਾਮ, ਤੇ ਇਹ ਤੁਹਾਡਾ ਆਨਸਰ ਹੈਗਾ ਵਾ। ਇੱਕ ਵਾਰੀ ਤੋਂ ਤੁਸੀਂ ਹੋਰ ਜਿਹੜਾ ਹੈਗਾ ਵਾ ਚੰਗੀ ਤਰ੍ਹਾਂ ਤੁਸੀਂ ਇਸ ਦਾ ਆਨਸਰ ਦੇਖ ਲਓ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ,
हाँ जी, अगला प्रश्न है दोस्तों अपना, व्हाट इज़ द प्रिंसिपल ऑफ इलैक्ट्रिक मोटर, ड्रा एंड एक्सप्लेन इट। ठीक है जी, तो ਇਹ ਤੁਹਾਡਾ ਪ੍ਰਸ਼ਨ ਇੰਗਲਿਸ਼ ਮੀਡੀਅਮ ਦਾ ਵਾ। ਇਹੀ ਪ੍ਰਸ਼ਨ ਦੋਸਤੋ ਜਿਹੜਾ ਹੈਗਾ ਵਾ ਪੰਜਾਬੀ ਮੀਡੀਅਮ ਦੇ ਵਿੱਚ ਹੈ। ਇਲੈਕਟ੍ਰਿਕ ਮੋਟਰ ਦਾ ਸਿਧਾਂਤ ਕੀ ਹੈ, ਇਸ ਨੂੰ ਖਿੱਚੋ ਅਤੇ ਸਮਝਾਓ ਅਤੇ ਚਿੱਤਰ ਵਿੱਚ ਦਿਖਾਇਆ ਗਿਆ ਰਾਡ ਏ ਬੀ ਕਿਸ ਦਿਸ਼ਾ ਵਿੱਚ ਚੱਲੇਗਾ। ਤਾਂ ਦੋਸਤੋ ਦੇਖੋ ਇਸ ਦਾ ਆਨਸਰ ਜਿਹੜਾ ਹੈਗਾ ਸਾਨੂੰ ਪ੍ਰੋਪਰ ਤਾਂ ਨਹੀਂ ਮਿਲ ਪਾਇਆ, ਬਟ ਦੋਸਤੋ ਬਿਜਲੀ ਮੋਟਰ ਬਾਰੇ ਪੁੱਛਿਆ ਨਾ, ਬਿਜਲੀ ਮੋਟਰ ਨੂੰ ਅੰਕਿਤ ਚਿੱਤਰ ਖਿੱਚੋ, ਇਸ ਦਾ ਸਿਧਾਂਤ ਆ ਦੇਖੋ ਇਹਦੇ ਵਿੱਚ ਵੀ ਆਹੀ ਪੁੱਛਿਆ ਨਾ, ਇਲੈਕਟ੍ਰਿਕ ਮੋਟਰ ਜਾਂ ਫਿਰ ਬਿਜਲੀ ਮੋਟਰ, ਗੱਲ ਇੱਕ ਹੀ ਆ। ਠੀਕ ਹੈ ਜੀ, ਇੱਥੇ ਬਿਜਲੀ ਹੋਵੇ ਜਾਂ ਇਲੈਕਟ੍ਰਿਕ ਮੋਟਰ ਹੋਵੇ, ਗੱਲ ਇੱਕ ਹੀ ਆ। ਠੀਕ ਹੈ ਜੀ, ਇਸ ਦਾ ਇੱਥੇ ਵਿੱਚ ਇਹਨਾਂ ਨੇ ਦੇਖੋ ਕੀ ਪੁੱਛਿਆ ਹੋਇਆ ਵਾ, ਇਸ ਨੂੰ ਖਿੱਚੋ ਅਤੇ ਸਮਝਾਓ। ਠੀਕ ਹੈ ਜੀ, ਤੇ ਪ੍ਰਿੰਸੀਪਲ ਪੁੱਛਿਆ ਹੋਇਆ ਸੀ, ਇੱਥੇ ਇਹਨਾਂ ਨੇ ਪ੍ਰਿੰਸੀਪਲ ਆ ਦੇਖੋ। ਠੀਕ ਹੈ ਜੀ, ਆ ਦੇਖੋ ਪ੍ਰਿੰਸੀਪਲ ਪੁੱਛਿਆ ਇਲੈਕਟ੍ਰਿਕ ਮੋਟਰ ਦਾ। ਠੀਕ ਹੈ ਜੀ, ਆ ਦੇਖੋ ਸਿਧਾਂਤ, ਹਾਂ ਸੌਰੀ ਇੱਥੇ ਹੀ ਸੀਗਾ ਸਿਧਾਂਤ, ਤੇ ਇੱਥੇ ਵੀ ਦੇਖ ਲਓ ਦੋਸਤੋ ਇਸ ਦਾ ਸਿਧਾਂਤ ਹੈਗਾ ਵਾ। ਤਾਂ ਦੇਖੋ ਦੋਸਤੋ ਇਹਦਾ ਸਿਧਾਂਤ ਕੀ ਆ, ਬਿਜਲੀ ਮੋਟਰ ਦੇ ਜਿਹੜਾ ਹੈਗਾ ਵਾ ਬਿਜਲੀ ਮੋਟਰ ਬਿਜਲੀ ਊਰਜਾ ਨੂੰ ਯੰਤਰਿਕ ਊਰਜਾ ਵਿੱਚ ਜਿਹੜੀ ਹੈਗੀ ਬਦਲਦੀ ਹੈ। ਬਿਜਲਈ ਮੋਟਰ ਦਾ ਜਿਹੜਾ ਹੈਗਾ ਸਿਧਾਂਤ ਕੀ ਹੈ, ਚੁੰਬਕੀ ਖੇਤਰ ਵਿੱਚ ਰੱਖੀ ਕੋਈ ਕਰੰਟ ਵਾਹਕ ਕੁੰਡਲੀ ਇੱਕ ਘੁਮਾਓ ਵੱਲ ਜਿਹੜੀ ਹੈਗੀ ਮਹਿਸੂਸ ਕਰਦੀ ਹੈ। ਇਸ ਬਲ ਦਾ ਦਿਸ਼ਾ ਫਲੇਮਿੰਗ ਦੇ ਖੱਬਾ ਹੱਥ ਨਿਯਮ ਨਾਲ ਪਤਾ ਕੀਤਾ ਜਾ ਸਕਦੀ ਹੈ। ਠੀਕ ਹੈ ਜੀ, ਤੇ ਇਹ ਤੁਹਾਡਾ ਕੁਛ ਇਹ ਡਾਇਗਰਾਮ ਦਿੱਤਾ ਹੋਇਆ ਇਹਨਾਂ ਨੇ। ਠੀਕ ਹੈ ਜੀ, ਤੁਹਾਡੇ ਬਿਜਲੀ ਮੋਟਰ ਦੇ ਵਿੱਚ ਇਸ ਨੂੰ ਤੁਸੀਂ ਦੇਖ ਸਕਦੇ ਹੋ। ਬਾਕੀ ਦੋਸਤੋ ਇਹਦੀ ਕਾਰਜ ਵਿਧੀ ਲਿਖੀ ਹੋਈ ਹੈ ਇਹਨਾਂ ਨੇ ਕਿ ਜਦੋਂ ਸਵਿਚ ਆਨ ਕੀਤੀ ਜਾਂਦੀ ਹੈ ਤਾਂ ਦੋਸਤੋ ਜਿਹੜਾ ਹੈਗਾ ਵਾ ਆਰਮੇਚਰ ਵਿੱਚ ਕਰੰਟ ABCD ਦਿਸ਼ਾ ਵਿੱਚ ਵਗਦਾ ਹੈ। ਇਸ ਲਈ ਦੋਸਤੋ ਫਲੇਮਿੰਗ ਦਾ ਜਿਹੜਾ ਹੈਗਾ ਖੱਬਾ ਹੱਥ ਨਿਯਮ ਵਰਤ ਕੇ ਪਤਾ ਲੱਗਦਾ ਹੈ ਕਿ ਆਰਮੇਚਰ ਜਿਹੜਾ ਹੈਗਾ ਘੜੀ ਦੀ ਸੂਈ ਤੋਂ ਉਲਟ ਦਿਸ਼ਾ ਵੱਲ ਜਿਹੜਾ ਹੈਗਾ ਦਿਸ਼ਾ ਵਿੱਚ ਜਿਹੜਾ ਹੈਗਾ ਘੁੰਮਣ ਲੱਗ ਜਾਂਦੀ ਹੈ, ਕਿਉਂਕਿ ਦੋਸਤੋ AB ਉੱਤੇ ਜਿਹੜਾ ਹੈਗਾ ਵਾ ਬਲ ਹੇਠਾਂ ਵੱਲ ਅਤੇ ਜਿਹੜਾ ਹੈਗਾ CD ਉੱਤੇ ਦੋਸਤੋ ਬਲ ਉੱਪਰ ਵੱਲ ਲੱਗਦਾ ਹੈ। ਅਗਲੇ ਅੱਧੇ ਚੱਕਰ ਵਿੱਚ ਕਰੰਟ ਦੀ ਦਿਸ਼ਾ ਦੋਸਤੋ DCBA ਹੋ ਜਾਂਦੀ ਹੈ, ਪਰ ਜਿਹੜਾ ਹੈਗਾ ਦੋਸਤੋ ਆਰਮੇਚਰ ਜਿਹੜਾ ਹੈਗਾ ਘੜੀ ਦੀ ਸੂਈ ਤੋਂ ਉਲਟਾ ਦਿਸ਼ਾ ਵਿੱਚ ਹੀ ਘੁੰਮਦੀ ਰਹਿੰਦੀ ਹੈ। ਠੀਕ ਹੈ ਜੀ, ਬਾਕੀ ਦੋਸਤੋ ਇਹਦਾ ਮਹੱਤਵ ਦਿੱਤਾ ਹੋਇਆ ਵਾ। ਠੀਕ ਹੈ, ਵਿਭੇਦਕ ਰਿੰਗ ਦਾ ਮਹੱਤਵ ਆ ਦਿੱਤਾ ਹੈ, ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ। ਤਾਂ ਦੋਸਤੋ ਸਾਨੂੰ ਇਸ ਦਾ ਪ੍ਰੋਪਰ ਆਨਸਰ ਤਾਂ ਨਹੀਂ ਲੱਭ ਪਾਇਆ। ਠੀਕ ਹੈ, ਇਸ ਲਈ ਅਸੀਂ ਇਸ ਦਾ ਸਿਧਾਂਤ ਤੇ ਇਸ ਨੂੰ ਜਿਹੜਾ ਹੈਗਾ ਥੋੜ੍ਹਾ ਬਹੁਤ ਜਿਹੜਾ ਹੈਗਾ ਅਸੀਂ ਤੁਹਾਨੂੰ ਇਹਦੇ ਬਾਰੇ ਦੱਸ ਦਿੱਤਾ ਵਾ। ਬਾਕੀ ਇਹਨਾਂ ਨੇ ਆਹ ਵਾਲੀ ਡਾਇਗਰਾਮ ਇੱਥੇ ਬਣਾਈ ਹੋਈ ਹੈ। ਠੀਕ ਹੈ ਜੀ, ਤਾਂ ਤੁਹਾਨੂੰ ਇਸ ਦਾ ਅਸੀਂ ਦਿਖਾ ਵੀ ਦਿੱਤਾ ਵਾ। ਠੀਕ ਹੈ, ਤਾਂ ਤੁਸੀਂ ਆਹ ਡਾਇਗਰਾਮ ਵੀ ਦੇਖ ਸਕਦੇ ਹੋ, ਇਹਨਾਂ ਨੇ ਆਹ ਵਾਲੀ ਡਾਇਗਰਾਮ ਦਿੱਤੀ ਹੋਈ ਸੀ। ਤੇ ਇਹੀ ਪ੍ਰਸ਼ਨ ਦੋਸਤੋ ਤੁਹਾਡਾ ਇੰਗਲਿਸ਼ ਮੀਡੀਅਮ ਵਾਲੇ ਤੁਸੀਂ ਆਪਣਾ ਦੇਖ ਲੈਣ, ਡਰਾ ਲੇਬਲ ਡਾਇਗਰਾਮ ਆਫ ਇਲੈਕਟ੍ਰਿਕ ਮੋਟਰ। ਠੀਕ ਹੈ, ਆਹ ਪ੍ਰਿੰਸੀਪਲ ਬਾਰੇ ਵੀ ਗੱਲ ਕੀਤੀ ਗਈ ਆ, ਤੁਸੀਂ ਇਸ ਨੂੰ ਆਹ ਪੜ੍ਹ ਸਕਦੇ ਹੋ। ਦੇਖੋ ਤੁਹਾਡਾ ਇਹ ਪ੍ਰਿੰਸੀਪਲ ਆ, ਬਾਕੀ ਆਹ ਤੁਹਾਡੀ ਡਾਇਗਰਾਮ ਆ। ਠੀਕ ਹੈ, ਆਹੀ ਪ੍ਰਸ਼ਨ ਜਿਹੜਾ ਤੁਹਾਡਾ ਸੀਗਾ ਇੰਗਲਿਸ਼ ਮੀਡੀਅਮ ਦਾ, ਯਾਨੀ ਕਿ ਆਹ ਵਾਲਾ ਪ੍ਰਸ਼ਨ ਜਿਹੜਾ ਸੀਗਾ ਪੰਜਾਬੀ ਨੂੰ, ਤੇ ਆਹੀ ਪ੍ਰਸ਼ਨ ਇੰਗਲਿਸ਼ ਦੇ ਵਿੱਚ ਸੀਗਾ। ਤਾਂ ਸੇਮ ਦੋਸਤੋ ਤੁਹਾਨੂੰ ਅਸੀਂ ਇੱਥੇ ਦਿਖਾ ਦਿੱਤਾ ਵਾ। ਤੇ ਹੁਣ ਦੋਸਤੋ ਚਲੋ ਆਪਣਾ ਅਗਲਾ ਪ੍ਰਸ਼ਨ ਕੀ ਕਰਦੇ ਹਾਂ, ਅਗਲਾ ਦੇਖਦੇ ਹਾਂ। ਅਗਲਾ ਕੀ ਹੈ ਪ੍ਰਸ਼ਨ, ਗਿਵ ਐਨੀ ਟੂ, ਯਾਨੀ ਕਿ ਆਹ ਇੰਗਲਿਸ਼ ਮੀਡੀਅਮ ਦਾ ਰੀਡ ਕਰ ਲੈਣ, ਆਹ ਤੁਹਾਡਾ ਆਨਸਰ ਲਿਖਿਆ ਹੋਇਆ ਹੈ। ਤਾਂ ਦੇਖੋ ਦੋਸਤੋ ਪ੍ਰਸ਼ਨ ਕੀ ਹੈ, ਅਜਿਹੇ ਦੋ ਢੰਗ ਦੱਸੋ ਜਿਨ੍ਹਾਂ ਦੁਆਰਾ ਦੋਸਤੋ ਜੈਵ ਅਵਿਘਟਨਸ਼ੀਲ ਪਦਾਰਥ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਹਨ, ਯਾਨੀ ਕਿ ਨੋਨ ਬਾਇਓਡੀਗ੍ਰੇਡੇਬਲ। ਠੀਕ ਹੈ ਜੀ, ਤਾਂ ਦੋਸਤੋ ਦੇਖੋ ਕਿ ਜੈਵ ਜਿਹੜਾ ਹੈਗਾ ਵਾ ਅਵਘਟਨਸ਼ੀਲ ਪਦਾਰਥਾਂ ਦਾ ਦੋਸਤੋ ਅਪਘਟਨ ਨਹੀਂ ਹੋ ਪਾਉਂਦਾ ਹੈ, ਕਿਉਂਕਿ ਉਹ ਦੋਸਤੋ ਉਦਯੋਗ ਵਿੱਚ ਤਰ੍ਹਾਂ ਤਰ੍ਹਾਂ ਦੇ ਰਸਾਇਣਿਕ ਪਦਾਰਥਾਂ ਤੋਂ ਤਿਆਰ ਹੋ ਕੇ ਬਾਅਦ ਵਿੱਚ ਮਿੱਟੀ ਵਿੱਚ ਅਤੀ ਸੂਖਮ ਕਣਾਂ ਦੇ ਰੂਪ ਵਿੱਚ ਮਿਲ ਕੇ ਵਾਤਾਵਰਨ ਨੂੰ ਹਾਨੀ ਪਹੁੰਚਾਉਂਦੇ ਹਨ। ਠੀਕ ਹੈ ਜੀ, ਦੂਸਰਾ ਪੁਆਇੰਟ, ਇਹ ਭੋਜਨ ਲੜੀ ਵਿੱਚ ਦੋਸਤੋ ਮਿਲ ਕੇ ਜੈਵਿਕ ਵਧਾਓ ਕਰਦੇ ਹਨ ਅਤੇ ਮਨੁੱਖਾਂ ਨੂੰ ਤਰ੍ਹਾਂ ਤਰ੍ਹਾਂ ਦੀ ਹਾਨੀ ਪਹੁੰਚਾਉਂਦੇ ਹਨ। ਠੀਕ ਹੈ, ਤਾਂ ਤੁਹਾਡਾ ਇਹ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਤੁਹਾਡਾ ਇਹ ਪਾਰਟ D ਪ੍ਰਸ਼ਨ ਆ। ਠੀਕ ਹੈ ਜੀ, ਪਾਰਟ D ਦੇ ਵਿੱਚ ਪ੍ਰਸ਼ਨ ਨੇ। ਤਾਂ ਦੇਖੋ ਦੋਸਤੋ ਇਹਦੇ ਵਿੱਚ ਪ੍ਰਸ਼ਨ ਕੀ ਹੈ ਸਭ ਤੋਂ, ਤੇ ਦੋਸਤੋ ਇਹਦੇ ਵਿੱਚ ਹੁਣ ਦੇਖੋ ਪ੍ਰਸ਼ਨ ਕੀ ਹੈ 38ਵਾਂ, ਕਿ ਮੈਟਲ ਅਤੇ ਨਾਨ ਮੈਟਲ ਦੇ ਵਿੱਚ ਡਿਫਰੈਂਸ ਬਿਟਵੀਨ ਜਿਹੜਾ ਹੈਗਾ ਕਰੋ, ਯਾਨੀ ਕਿ 38ਵਾਂ ਪ੍ਰਸ਼ਨ ਹੈ। ਉਹਨਾਂ ਦੇ ਰਸਾਇਣਿਕ ਗੁਣਾਂ ਦੇ ਆਧਾਰ ਤੇ ਦੋਸਤੋ ਜਿਹੜਾ ਹੈਗਾ ਧਾਤੂ ਅਤੇ ਗੈਰ ਧਾਤੂ ਵਿਚਕਾਰ ਫਰਕ ਕਰੋ। ਤਾਂ ਅੰਤਰ ਦੇਖਦੇ ਹਾਂ ਦੋਸਤੋ, ਆ ਦੇਖੋ ਧਾਤ ਤੇ ਆਪਣਾ ਜਿਹੜਾ ਹੈਗਾ ਵਾ ਅਧਾਤ। ਠੀਕ ਹੈ ਜੀ, ਇੱਥੇ ਦੋਸਤੋ ਜਿਹੜਾ ਹੈਗਾ ਵਾ ਤੁਸੀਂ ਸਹੀ ਕਰ ਲੈਣਾ, ਇੱਥੇ ਅਧਾਤ ਆਏਗਾ, ਇਹਨਾਂ ਨੇ ਗਲਤ ਲਿਖਤਾ, ਜਿਵੇਂ ਕਿ ਆ ਦੇਖੋ ਜਿਹੜਾ ਹੈਗਾ ਵਾ ਹਾਂਜੀ ਅਧਾਤਾਂ ਤੇ ਆਪਣਾ ਜਿਹੜਾ ਹੈਗਾ ਦੋਸਤੋ ਧਾਤਾਂ। ਠੀਕ ਹੈ ਜੀ, ਤਾਂ ਇੱਥੇ ਮੈਟਲਸ ਤੇ ਨੋਨ ਮੈਟਲਸ। ਤਾਂ ਚਲੋ ਦੇਖਦੇ ਹਾਂ ਦੋਸਤੋ ਆਨਸਰ। ਸਭ ਤੋਂ ਪਹਿਲਾ ਪੁਆਇੰਟ ਕੀ ਹੈ, ਧਾਤਾਂ ਜਿਹੜੇ ਹੁੰਦੇ ਆ ਦੋਸਤੋ ਉਹ ਖਾਰੇ ਆਕਸਾਈਡ ਬਣਾਉਂਦੀਆਂ ਹਨ। ਠੀਕ ਹੈ ਜੀ, ਤੇ ਅਧਾਤਾਂ ਤੇਜ਼ਾਬੀ ਅਤੇ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ। ਦੂਜਾ ਪੁਆਇੰਟ, ਧਾਤਾਂ ਹਲਕੇ ਤੇਜ਼ਾਬਾਂ ਨਾਲ ਦੋਸਤੋ ਕਿਰਿਆ ਕਰਕੇ ਹਾਈਡਰੋਜਨ ਗੈਸ ਜਿਹੜਾ ਹੈਗਾ ਆਪਣਾ ਵਿਸਥਾਪਿਤ ਕਰਦੀਆਂ ਹਨ। ਠੀਕ ਹੈ ਜੀ, ਤੇ ਦੂਸਰਾ ਪੁਆਇੰਟ ਦੋਸਤੋ ਆਪਣੀ ਅਧਾਤਾਂ ਤੇਜ਼ਾਬਾਂ ਵਿੱਚ ਦੋਸਤੋ ਹਾਈਡਰੋਜਨ ਵਿਸਥਾਪਿਤ ਨਹੀਂ ਕਰਦੀਆਂ। ਤੀਸਰਾ ਪੁਆਇੰਟ ਹੈ ਦੋਸਤੋ ਆਪਣਾ ਕਿ ਧਾੜਾ ਕਲੋਰੀਨ ਨਾਲ ਦੋਸਤੋ ਕਿਰਿਆ ਕਰਕੇ ਸੰਯੋਜੀ ਕਲੋਰਾਈਡ, ਯਾਨੀ ਕਿ ਦੋਸਤੋ ਆਪਣਾ ਆਇਨੀ ਕਲੋਰਾਈਡ ਬਣਾਉਂਦੀਆਂ ਹਨ। ਇਹ ਸੰਯੋਜੀ ਕਲੋਰਾਈਡ ਬਿਜਲੀ ਅਪਘਟਤ ਅਤੇ ਜਿਹੜਾ ਹੈਗਾ ਦੋਸਤੋ ਕੀ ਹੈ ਵਾਸ਼ਪਸ਼ੀਲ ਹੁੰਦੇ ਹਨ। ਇਸੇ ਤਰ੍ਹਾਂ ਦੋਸਤੋ ਅਧਾਤਾਂ ਕਲੋਰੀਨ ਦੇ ਨਾਲ ਦੋਸਤੋ ਸਹਿ ਸੰਯੋਜੀ ਯੌਗਿਕ ਬਣਾਉਂਦੀਆਂ ਹਨ, ਜਿਹੜੇ ਬਿਜਲਈ ਜਿਹੜਾ ਹੈਗਾ ਅਪਘਟਤ ਜਿਹੜਾ ਹੈਗਾ ਵਾ ਨਹੀਂ ਹੁੰਦੇ, ਪਰੰਤੂ ਵਾਪਸ਼ੀਲ ਹੁੰਦੇ ਹਨ। ਚੌਥਾ ਪੁਆਇੰਟ, ਧਾਤਾਂ ਲਘੂ ਕਾਰਕ ਹੁੰਦੀਆਂ ਹਨ, ਅਧਾਤਾਂ ਆਕਸੀਕਾਰਕ ਹੁੰਦੀਆਂ ਹਨ। ਕੁਝ ਧਾਤਾਂ ਹਾਈਡਰੋਜਨ ਨਾਲ ਸੰਯੋਗ ਕਰਕੇ ਜਿਹੜਾ ਹੈਗਾ ਆਪਣਾ ਹਾਈਡਰਾਈਡ ਬਣਾਉਂਦੀਆਂ ਹਨ, ਜਿਹੜੇ ਦੋਸਤੋ ਬਿਜਲੀ ਸੰਯੋਜਕ ਹੁੰਦੇ ਹਨ। ਅਧਾਤਾਂ ਹਾਈਡਰੋਜਨ
ਕਈ ਪ੍ਰਕਾਰ ਦੇ ਅਸਥਾਈ ਹਾਈਡਰਾਈਡ ਬਣਾਉਂਦੀਆਂ ਹਨ ਜਿਹੜੇ ਹੈਗੇ ਆ ਦੋਸਤੋ ਕੀ ਹੈ ਜਿਹੜੇ ਸਹਿ ਸੰਯੋਜਕ ਹੁੰਦੇ ਹਨ। ਠੀਕ ਹੈ, ਤਾਂ ਤੁਹਾਡਾ ਇਹ ਆਂਸਰ ਹੋ ਜਾਏਗਾ। ਇਸੇ ਤਰ੍ਹਾਂ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਆਪਣਾ ਪ੍ਰਸ਼ਨ ਦਾ ਆਂਸਰ ਦੇਖ ਲੈਣ, ਡਿਫਰੈਂਸ ਬਿਟਵੀਨ ਮੈਟਲਸ ਐਂਡ ਨੋਨ ਮੈਟਲਸ, ਤਾਂ ਤੁਹਾਡਾ ਆਂਸਰ ਇਹ ਰਿਹਾ। ਠੀਕ ਹੈ, ਤੁਸੀਂ ਇਸ ਨੂੰ ਇਹ ਦੇਖ ਸਕਦੇ ਹੋ। ਆਹ ਤੁਹਾਡੇ 3 ਪੁਆਇੰਟ ਹੋ ਗਏ, ਆਹ ਤੁਹਾਡਾ ਚੌਥਾ ਪੁਆਇੰਟ ਹੋ ਗਿਆ, ਤਾਂ ਇਹ ਤੁਹਾਡਾ ਆਂਸਰ ਹੋ ਜਾਏਗਾ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ, ਇਹ ਤੁਹਾਡਾ ਹੋ ਗਿਆ ਰਸਾਇਣਿਕ ਗੁਣਾਂ ਦੇ ਆਧਾਰ ਤੇ। ਠੀਕ ਹੈ ਜੀ, ਆਹ ਰਸਾਇਣਿਕ ਗੁਣਾਂ ਦੇ ਆਧਾਰ ਤੇ ਸੀਗਾ, ਇੱਕ ਵਾਰੀ ਹੋਰ ਦੇਖ ਲਓ ਚਾਹੇ ਤੁਹਾਡੇ ਸਾਹਮਣੇ। ਆਹ ਦੇਖੋ ਰਸਾਇਣਿਕ ਗੁਣਾਂ ਦੇ ਆਧਾਰ ਤੇ ਹੀ ਸੀਗਾ ਧਾਤਾਂ ਅਤੇ ਅਧਾਤਾਂ ਦੇ ਵਿੱਚ ਡਿਫਰੈਂਸ ਬਿਟਵੀਨ। ਤੇ ਹੁਣ ਦੋਸਤੋ ਇਹਦੇ ਪ੍ਰਸ਼ਨ ਦੇ ਨਾਲ ਹੀ ਔਰ ਆ ਦੇਖੋ ਕੀ ਹੈ, ਵਾਈ ਇਜ਼ ਸੋਡੀਅਮ ਕੈਪਟ ਇਨ ਇਮਰਸਡ ਇਨ ਕੈਰੋਸਿਨ ਆਇਲ, ਤਾਂ ਤੁਹਾਡਾ ਆਂਸਰ ਇਹ ਲਿਖਿਆ ਹੋਇਆ ਵਾ ਦੋਸਤੋ। ਠੀਕ ਹੈ ਜੀ, ਇੰਗਲਿਸ਼ ਮੀਡੀਅਮ ਵਾਲੇ ਆਪਣਾ ਆਂਸਰ ਦੇਖ ਲੈਣ ਇੱਥੇ ਤੱਕ। ਤੇ ਉਸ ਤੋਂ ਬਾਅਦ ਦੋਸਤੋ ਇਹ ਤੁਹਾਡਾ ਦੂਸਰਾ ਪ੍ਰਸ਼ਨ ਆ ਇੰਗਲਿਸ਼ ਮੀਡੀਅਮ ਦਾ। ਠੀਕ ਹੈ ਜੀ, ਵਟ ਆਰ ਐਂਫੋਟੈਰਿਕ ਆਕਸਾਈਡ, ਗਿਵ 2 ਐਗਜ਼ਾਮਪਲ ਆਫ ਐਂਫੋਟੈਰਿਕ ਆਕਸਾਈਡ। ਠੀਕ ਹੈ, ਤੁਹਾਡਾ ਆਂਸਰ ਇਹ ਦਿੱਤਾ ਹੋਇਆ ਵਾ, ਇਸ ਨੂੰ ਤੁਸੀਂ ਦੇਖ ਲਓ। ਤੇ ਹੁਣ ਇਹੀ 2 ਪ੍ਰਸ਼ਨ ਜਿਹੜੇ ਹੈਗੇ ਆ ਇੰਗਲਿਸ਼ ਮੀਡੀਅਮ ਦੇ ਵਿੱਚ ਸੀਗੇ ਨਾ, ਤਾਂ ਹੁਣ ਇਹੀ ਪ੍ਰਸ਼ਨ ਪੰਜਾਬੀ ਮੀਡੀਅਮ ਦੇ ਵਿੱਚ ਆ ਕਿ ਸੋਡੀਅਮ ਨੂੰ ਮਿੱਟੀ ਦੇ ਤੇਲ ਯਾਨੀ ਕਿ ਕੈਰੋਸਿਨ ਵਿੱਚ ਡੁਬੋ ਕੇ ਕਿਉਂ ਰੱਖਿਆ ਜਾਂਦਾ ਹੈ, ਤਾਂ ਇਹਦਾ ਆਂਸਰ ਤੁਸੀਂ ਆਹ ਦੇਖ ਸਕਦੇ ਹੋ। ਸੋਡੀਅਮ ਨੂੰ ਦੋਸਤੋ ਕੈਰੋਸਿਨ ਤੇਲ ਵਿੱਚ ਡੁਬੋ ਕੇ ਰੱਖਣਾ, ਸੋਡੀਅਮ ਇੱਕ ਬਹੁਤ ਹੀ ਜਿਹੜਾ ਹੈਗਾ ਕਿਰਿਆਸ਼ੀਲ ਧਾਤ ਹੈ, ਜਿਹੜੀ ਹਵਾ ਵਿੱਚ ਦੋਸਤੋ ਰੱਖਣ ਨਾਲ ਆਕਸੀਜਨ ਨਾਲ ਕਿਰਿਆ ਕਰਕੇ ਸੋਡੀਅਮ ਆਕਸਾਈਡ ਬਣਾਉਂਦੀ ਹੈ ਅਤੇ ਪਾਣੀ ਨਾਲ ਕਿਰਿਆ ਕਰਕੇ ਸੋਡੀਅਮ ਹਾਈਡਰੋਕਸਾਈਡ ਅਤੇ ਹਾਈਡਰੋਜਨ ਗੈਸ ਉਤਪੰਨ ਕਰਦੀ ਹੈ। ਹਾਈਡਰੋਜਨ ਬਹੁਤ ਹੀ ਜਿਹੜਾ ਹੈਗਾ ਜਲਨਸ਼ੀਲ ਗੈਸ ਹੈ, ਜਿਸ ਕਰਕੇ ਦੋਸਤੋ ਇਹ ਅੱਗ ਫੜ ਲੈਂਦੀ ਹੈ। ਇਸ ਲਈ ਸੋਡੀਅਮ ਦਾ ਹਵਾ ਨਾਲ ਸੰਪਰਕ ਹਟਾਉਣਾ, ਠੀਕ ਹੈ ਜੀ, ਇਸ ਨੂੰ ਕੈਰੋਸਿਨ ਤੇਲ ਵਿੱਚ ਜਿਹੜਾ ਹੈਗਾ ਡੁਬੋ ਕੇ ਰੱਖਿਆ ਜਾਂਦਾ ਹੈ। ਠੀਕ ਹੈ ਜੀ, ਤੇ ਇਸ ਤੋਂ ਬਾਅਦ ਦੋਸਤੋ ਆਪਣਾ ਦੂਸਰਾ ਪ੍ਰਸ਼ਨ ਸੀਗਾ ਕਿ ਐਮਫੋਟੈਰਿਕ ਐਮਫੋਟੈਰਿਕ ਜਿਹੜਾ ਹੈਗਾ ਆਕਸਾਈਡ ਕੀ ਹਨ। ਠੀਕ ਹੈ ਜੀ, ਐਮਫੋਟੈਰਿਕ ਜਿਹੜਾ ਹੈਗਾ ਵਾ ਆਕਸਾਈਡ ਦੀਆਂ 2 ਉਦਾਹਰਨਾਂ ਦਿਓ। ਤਾਂ ਦੇਖੋ ਦੋਸਤੋ ਕੀ ਹੈ, ਐਮਫੋਟੈਰਿਕ ਆਕਸਾਈਡ ਉਹ ਧਾਤਵੀ ਆਕਸਾਈਡ ਜਿਹੜੀ ਹੈਗੀ ਆ ਜਿਹੜੇ ਤੇਜ਼ਾਬੀ ਅਤੇ ਖਾਰੀ ਆਕਸਾਈਡਾਂ ਦੋਨਾਂ ਤਰ੍ਹਾਂ ਵਿਹਾਰ ਪ੍ਰਗਟ ਕਰਨ ਅਤੇ ਉਹਨਾਂ ਨੂੰ ਜਿਹੜਾ ਹੈਗਾ ਵਾ ਐਮਟੈਰਿਕ ਆਕਸਾਈਡ ਕਹਿੰਦੇ ਹਨ, ਯਾਨੀ ਕਿ ਐਮਫੋਟੈਰਿਕ ਆਕਸਾਈਡ ਕਹਿੰਦੇ ਹਨ। ਠੀਕ ਹੈ ਜੀ, ਤਾਂ ਇਹਦੀ ਉਦਾਹਰਣ ਦੋਸਤੋ ਆਹ ਤੁਹਾਡੀ ਦਿੱਤੀ ਹੋਈ ਆ। ਠੀਕ ਹੈ, ਇਸ ਨੂੰ ਤੁਸੀਂ ਸਹੀ ਕਰ ਲੈਣਾ ਵਾ, ਇੱਥੇ ਆਹ ਵਾਲਾ ਆਏਗਾ ਸਪੈਲਿੰਗ ਦੇ ਵਿੱਚ ਕੁਛ ਗੜਬੜ। ਉਦਾਹਰਣ ਦੋਸਤੋ ਤੁਹਾਡਾ ਇਹ ਦਿੱਤੀ ਹੋਈ ਹੈ ਐਲੂਮੀਨੀਅਮ ਆਕਸਾਈਡ, ਆਹ ਫਾਰਮੂਲਾ ਦਿੱਤਾ ਹੋਇਆ ਉਹਦਾ, ਤੇ ਜ਼ਿੰਕ ਆਕਸਾਈਡ ਇਹਦਾ ਇਹ ਫਾਰਮੂਲਾ ਵੀ ਦਿੱਤਾ ਹੋਇਆ ਵਾ। ਤੇ ਸਭ ਤੋਂ ਪਹਿਲਾਂ ਦੋਸਤੋ ਆਹ ਦੇਖੋ ਇਹਨਾਂ ਨੇ ਕਿ ਇਹ ਦਿੱਤੀ ਹੋਈ ਆ, ਇਹ ਇੱਕ ਖਾਰੀ ਵਿਹਾਰ ਆ। ਠੀਕ ਹੈ ਜੀ, ਇਹ ਇੱਕ ਦੋਸਤੋ ਤੇਜ਼ਾਬੀ ਵਿਹਾਰ ਆ, ਆਹ ਦੋ। ਠੀਕ ਹੈ ਜੀ, ਉਸ ਤੋਂ ਬਾਅਦ ਦੋਸਤੋ ਇਹ ਤੁਹਾਡੀ ਖਾਰੀ ਵਿਹਾਰ ਆ ਆਹ। ਠੀਕ ਹੈ ਜੀ, ਤਾਂ ਇਹ ਤੁਹਾਡੀ ਜਿਹੜੀ ਹੈਗੀ ਤੇਜ਼ੀ ਵਿਹਾਰ ਹੈਗੇ ਆ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਂਸਰ ਹੋ ਗਿਆ। ਇਹ ਇਹਦੇ ਨਾਲ ਰਿਲੇਟ ਕਰਦਾ ਵਾ ਤੇ ਇਹ ਵਾਲਾ ਜਿਹੜਾ ਹੈਗਾ ਵਾ ਇਹਦੇ ਨਾਲ ਰਿਲੇਟ ਕਰਦਾ ਵਾ। ਠੀਕ ਹੈ ਜੀ, ਤਾਂ ਤੁਹਾਡਾ ਆਂਸਰ ਇਹ ਹੋ ਜਾਏਗਾ। ਹੁਣ ਉਸ ਤੋਂ ਬਾਅਦ ਦੋਸਤੋ ਆਪਣਾ 39 ਪ੍ਰਸ਼ਨ ਆ। ਠੀਕ ਹੈ, 39 ਪ੍ਰਸ਼ਨ ਦੇ ਵਿੱਚ ਦੋਸਤੋ ਹਾਊ ਡਜ਼ ਅ ਬਾਈਨਰੀ ਫਿਊਜ਼ਨ ਡਿਫਰ ਫਰੋਮ ਮਲਟੀਪਲ ਫਿਊਜ਼ਨ, ਤਾਂ ਤੁਹਾਡਾ ਇਹ ਆਂਸਰ ਹੋ ਜਾਏਗਾ। ਠੀਕ ਹੈ ਜੀ, ਇਸ ਦੇ ਨਾਲ ਹੀ ਦੋਸਤੋ ਇੱਕ ਹੋਰ ਪ੍ਰਸ਼ਨ ਆ ਤੁਹਾਨੂੰ। ਠੀਕ ਹੈ ਜੀ, ਵਟ ਆਰ ਦਾ ਐਡਵਾਂਟੇਜ ਆਫ ਸੈਕਸ਼ੂਅਲ ਰਿਪਰੋਡਕਸ਼ਨ ਓਵਰ ਸੈਕਸ਼ੂਅਲ ਰਿਪਰੋਡਕਸ਼ਨ। ਠੀਕ ਹੈ ਜੀ, ਤਾਂ ਸੈਕਸ਼ੂਅਲ ਅਤੇ ਅਸੈਕਸ਼ੂਅਲ ਦੀ ਇੱਥੇ ਗੱਲ ਹੋ ਰਹੀ ਆ, ਤਾਂ ਤੁਹਾਡਾ ਆਂਸਰ ਇਹ ਰਿਹਾ। ਤੇ ਹੁਣ ਇਹੀ ਪ੍ਰਸ਼ਨ ਦੋਸਤੋ ਜਿਹੜਾ ਹੈਗਾ ਤੁਹਾਡਾ ਪੰਜਾਬੀ ਮੀਡੀਅਮ ਦੇ ਵਿੱਚ ਤਾਂ ਕੀ ਸੀ ਪ੍ਰਸ਼ਨ, ਪਹਿਲਾਂ ਦੋਸਤੋ ਦੋ ਖੰਡਨ ਬਹੁ ਖੰਡਨ ਨਾਲੋਂ ਕਿਵੇਂ ਭਿੰਨ ਹੈ, ਯਾਨੀ ਕਿ ਡਿਫਰੈਂਸ ਬਿਟਵੀਨ ਪੁੱਛਿਆ ਹੋਇਆ। ਦੋ ਖੰਡਨ ਦੋਸਤੋ ਜਿਹੜਾ ਹੈਗਾ ਅਮੀਬਾ ਅਤੇ ਕਿਹੜਾ ਦੋਸਤੋ ਦਿੱਤਾ ਅਮੀਬਾ ਅਤੇ ਜਿਹੜਾ ਹੈਗਾ ਵਾ ਪੈਰਾਮੀਸ਼ੀਅਮ ਵਰਗੇ ਇੱਕ ਸੈਲੀ ਜੀਵ ਸੈੱਲ ਵਿਭਾਜਨ ਦੁਆਰਾ ਦੋਸਤੋ 2 ਬਰਾਬਰ ਭਾਗਾਂ ਵਿੱਚ ਵੰਡ ਜਾਂਦੇ ਹਨ। ਅਲਿੰਗੀ ਪ੍ਰਜਨਨ ਦੀ ਇਸ ਵਿਧੀ ਨੂੰ ਦੋ ਖੰਡਨ ਕਹਿੰਦੇ ਹਨ। ਬਹੁ ਖੰਡਨ ਕੀ ਹੁੰਦਾ ਵਾ ਦੋਸਤੋ, ਪਲਾਜ਼ਮੋਡੀਅਮ ਮਲੇਰੀਆ ਫੈਲਾਉਣ ਵਾਲਾ ਪ੍ਰੋਟੋਜ਼ੋਆ ਵਰਗਾ ਇੱਕ ਦੋਸਤੋ ਸ਼ੈਲੀ ਜੀਵ ਸੈੱਲ ਵਿਭਾਜਨ ਦੁਆਰਾ ਦੋਸਤੋ ਅਨੇਕ ਸੰਤਾਨ ਸੈੱਲਾਂ ਵਿਭਾਜਿਤ ਹੋ ਜਾਂਦੇ ਹਨ। ਅਲਿੰਗੀ ਪ੍ਰਜਨਨ ਦੀ ਇਸ ਵਿਧੀ ਨੂੰ ਦੋਸਤੋ ਬਹੁ ਖੰਡਨ ਕਹਿੰਦੇ ਹਨ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਸੀਗਾ ਅਲਿੰਗੀ ਜਨਨ ਦੇ ਟਾਕਰੇ ਵਿੱਚ ਲਿੰਗੀ ਜਨਨ ਦੀ ਕੀ ਲਾਭ ਹਨ। ਤਾਂ ਦੇਖੋ ਲਿੰਗੀ ਜਨਨ ਹੇਠ ਲਿਖੇ ਕਾਰਨਾਂ ਤੋਂ ਅਲਿੰਗੀ ਜਨਨ ਦੀ ਤੁਲਨਾ ਵਿੱਚ ਲਾਭਕਾਰੀ ਹੈ। ਤਾਂ ਦੇਖੋ ਲਿੰਗੀ ਜਨਨ ਵਿੱਚ ਨਰ ਅਤੇ ਮਾਦਾ ਤੋਂ ਪ੍ਰਾਪਤ ਹੋਣ ਵਾਲੇ ਨਰ ਯੁਗਮਕ ਅਤੇ ਮਾਦਾ ਯੁਗਮਕ ਦੇ ਨਿਸ਼ੇਚਨ ਤੋਂ ਜਿਹੜਾ ਹੈਗਾ ਵਾ ਲਿੰਗੀ ਜਨਨ ਹੁੰਦਾ ਹੈ, ਕਿਉਂਕਿ ਇਹ ਤੇ ਜਿਹੜਾ ਹੈਗਾ ਤਿੰਨ ਪ੍ਰਾਣੀਆਂ ਤੋਂ ਪ੍ਰਾਪਤ ਹੁੰਦੇ ਹਨ। ਠੀਕ ਹੈ ਜੀ, ਇਸ ਲਈ ਦੋਸਤੋ ਸੰਤਾਨ ਵਿਸ਼ੇਸ਼ਤਾਵਾਂ ਦੀ ਜਿਹੜੀ ਹੈਗੀ ਵਿਵਿਧਤਾ ਨੂੰ ਇਹ ਪ੍ਰਗਟ ਕਰਦੇ ਹਨ। ਲਿੰਗ ਜਨਨ ਤੋਂ ਦੋਸਤੋ ਜਿਹੜਾ ਹੈਗਾ ਵਾ ਲਿੰਗ ਜਨਨ ਤੋਂ ਗੁਣ ਸੂਤਰ ਦੇ ਨਵੇਂ ਜੋੜੇ ਜਿਹੜੇ ਹੈਗੇ ਆ ਬਣਦੇ ਹਨ। ਇਸ ਨਾਲ ਦੋਸਤੋ ਜਿਹੜਾ ਹੈਗਾ ਵਾ ਵਿਕਾਸਵਾਦ ਦੀ ਦਿਸ਼ਾ ਨੂੰ ਜਿਹੜਾ ਹੈਗਾ ਦੋਸਤੋ ਨਵੇਂ ਆਯਾਮ ਪ੍ਰਾਪਤ ਹੁੰਦੇ ਹਨ। ਇਸ ਨਾਲ ਦੋਸਤੋ ਜੀਵਾਂ ਵਿੱਚ ਵਧੀਆ ਗੁਣਾਂ ਦਾ ਜਿਹੜਾ ਹੈਗਾ ਪੈਦਾ ਹੋਣ ਦੇ ਅਵਸਰ ਵੱਧ ਜਾਂਦੇ ਹਨ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਇੱਥੇ ਕਿ ਬਈ ਡਰਾ ਲੇਬਲਡ ਡਾਇਗਰਾਮ ਆਫ ਦਾ ਲੌਂਗੀਟਿਊਡਨਲ ਸੈਕਸ਼ਨ ਆਫ ਅ ਫਲਾਵਰ। ਠੀਕ ਹੈ ਜੀ, ਤਾਂ ਇਹਦਾ ਤੁਹਾਨੂੰ ਮੈਂ ਆਨਸਰ ਦਿਖਾ ਦੂੰਗਾ ਕੀ ਹੈ। ਤੇ ਉਸ ਤੋਂ ਬਾਅਦ ਤੁਸੀਂ ਇਹ ਆਨਸਰ ਦੇਖਣ ਤੋਂ ਪਹਿਲਾਂ ਨਾ ਬੀ ਆਪਸ਼ਨ ਦੇਖੋ, ਯਾਨੀ ਕਿ ਬੀਮਾ ਪ੍ਰਸ਼ਨ ਦੇਖੋ। ਬੀਮਾ ਪ੍ਰਸ਼ਨ ਨਹੀਂ ਮਤਲਬ ਬੀ, ਇਹਦਾ ਪਾਰਟ 2। ਠੀਕ ਹੈ ਜੀ, ਯਾਨੀ ਕਿ ਵਟ ਆਰ ਦਾ ਚੇਂਜਸ ਸੀਨ ਇਨ ਦਾ ਗਰਲਸ ਐਟ ਟਾਈਮ ਆਫ ਪੋਵਰਟੀ। ਠੀਕ ਹੈ ਜੀ, ਤਾਂ ਤੁਸੀਂ ਇਸ ਦਾ ਆਨਸਰ ਇਹ ਰੀਡ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਹੁਣ ਦੋਸਤੋ ਦੇਖੋ ਪ੍ਰਸ਼ਨ ਕੀ ਹੈ ਇਹਦੇ ਵਿੱਚ, ਇੱਕ ਫੁੱਲ ਤੇ ਲੰਬਕਾਰੀ ਭਾਗ ਦਾ ਇੱਕ ਲੈਵਲ ਵਾਲਾ ਚਿੱਤਰ ਬਣਾਓ। ਆਹੀ ਪ੍ਰਸ਼ਨ ਤੁਹਾਡਾ ਇੰਗਲਿਸ਼ ਦੇ ਵਿੱਚ ਇੱਥੇ ਦਿੱਤਾ ਹੋਇਆ ਵਾ। ਤਾਂ ਚਲੋ ਦੋਸਤੋ ਹੁਣ ਦੇਖਦੇ ਹਾਂ ਇਸ ਦਾ ਆਨਸਰ। ਦੇਖੋ ਇਸ ਦਾ ਆਨਸਰ ਦੋਸਤੋ ਤੁਸੀਂ ਇਹ ਬਣਾ ਕੇ ਆਉਣਾ ਵਾ,
आह पंजाबी मीडियम वाले अपना देख लें प्रश्न फुल दी लंब हाँ जी लंबात्मक काट का अंकित किता जिहड़ा हैगा वा चित्र बनाओ। तो तुसीं इस तरह आंसर लिख के आना वा, इसका मतलब लिख के नहीं बना के आना वा, यह चित्र बना देना वा। तो स्टिगमा ये तुहाडा दिता है, यह स्टाइल दिता होया वा, इस्त्री केसर दिता होया वा, ठीक है जी। अंडकोश आह तुहाडा दिता होया वा इत्थे, आह हरी पत्ती दी हुई आ, ठीक है जी। आह तुहाडे सारे मतलब ये पार्ट दिते हुए ने, ठीक है जी। फुल दी लंबात्मक काट का अंकित किया चित्र बनाओ, ठीक है। आह तुहानूं पुछिया होया सीगा इत्थे, आही सेम असीं तुहानूं जिहड़ा हैगा वा ਇਹ ਆ देखो लंबकारी ਜਿਹੜਾ ਹੈਗਾ ਵਾ ਭਾਗ ਦਾ ਇੱਕ ਲੈਵਲ ਵਾਲਾ ਚਿੱਤਰ ਬਣਾਓ। ਤੇ ਇਹੀ ਦੋਸਤੋ ਇੱਥੇ ਜਿਹੜਾ ਹੈਗਾ ਵਾ ਲੰਬ ਆਤਮਕ ਜਾਂ ਫਿਰ ਲੰਬਕਾਰੀ ਗੱਲ ਇੱਕ ਹੀ ਆ। ਤਾਂ ਇੱਥੇ ਦੋਸਤੋ ਜਿਹੜਾ ਹੈਗਾ ਇਹ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਇੰਗਲਿਸ਼ ਮੀਡੀਅਮ ਦਾ ਇਹ ਜਿਹੜਾ ਪ੍ਰਸ਼ਨ ਸੀਗਾ ਲੌਂਗਟੀਟਿਊਡਨਲ ਸੈਕਸ਼ਨ ਆਫ ਫਲਾਵਰ। ਤਾਂ ਦੋਸਤੋ ਆਹ ਤੁਹਾਡਾ ਦੇਖ ਲਓ ਡਰਾ ਲੇਬਲਡ ਲੌਂਗਟੀਟਿਊਡਨਲ ਸੈਕਸ਼ਨ ਆਫ ਫਲਾਵਰ। ਤਾਂ ਤੁਸੀਂ ਆਪਣਾ ਆਨਸਰ ਇਸ ਪ੍ਰਕਾਰ ਲਿਖ ਕੇ ਆਉਣਾ ਵਾ, ਹੈ ਤੁਹਾਡਾ ਆਨਸਰ ਹੋ ਜਾਏਗਾ, ਠੀਕ ਹੈ ਜੀ। ਆਹ ਤੁਹਾਡਾ ਇੰਗਲਿਸ਼ ਮੀਡੀਅਮ ਦਾ ਹੈਗਾ ਵਾ। ਤਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਦੇਖ ਲਿਆ ਹੋਣਾ, ਇੱਕ ਵਾਰੀ ਹੋਰ ਦੇਖ ਲਓ ਦੋਸਤੋ, ਇਹ ਤੁਹਾਡਾ ਇੰਗਲਿਸ਼ ਮੀਡੀਅਮ ਦਾ हैगा वा, ठीक है जी। तो हुण दोस्तों चलो अपना अगला प्रश्न करते हैं। अगला प्रश्न की सीगा इहदे नाल ही पंजाबी मीडियम का, हाँ जी। आह जिहड़ा बी प्रश्न सीगा पिथोरटी समय दोस्तों जिहड़ा हैगा वा प्यूबरटी, ठीक है जी, हाँ जी सॉरी पिथोरटी नहीं प्यूबरटी समय लड़कियां विच किहड़े-किहड़े परिवर्तन विखाई दिंदे हन। प्यूबरटी मतलब दोस्तों कुछ आप इस तरह कह सकते हैं, मतलब जदों कोई उम्र वधदी है जवानी इस तरह कुछ है, ठीक है जी। तो देखो दोस्तों की इहदे विच शरीर विच दोस्तों कुछ नवें भागां विच दोस्तों जिवें कि ਬਾਹਾਂ ਦੇ ਅੰਦਰਲੇ ਜੋੜ ਜਨਨ ਅੰਗਾਂ ਦੇ ਖੇਤਰ ਵਿੱਚ ਦੋਸਤੋ ਬਾਲਾਂ ਦੇ ਗੁੱਛੇ ਨਿਕਲ ਆਉਂਦੇ ਹਨ। ਹੱਥਾਂ ਪੈਰਾਂ ਤੇ ਦੋਸਤੋ ਜਿਹੜਾ ਹੈਗਾ ਮਹੀਨ ਸੁਰਾਖ ਜਾਂ ਫਿਰ ਰੋਮ ਆ ਜਾਂਦੇ ਹਨ। ਚਮੜੀ ਤੇਲ ਯੁਕਤ ਹੋ ਜਾਂਦੀ ਹੈ ਤੇ ਕਦੇ-ਕਦੇ ਮੂੰਹ ਤੇ ਕਿੱਲ ਨਿਕਲਣ ਲੱਗ ਜਾਂਦੇ ਹਨ। ਛਾਤੀਆਂ ਦੇ ਆਕਾਰ ਵਿੱਚ ਦੋਸਤੋ ਵਾਧਾ ਹੁੰਦਾ ਹੈ। ਛਾਤੀ ਦੇ ਅੰਤਲੇ ਸਿਰੇ ਤੇ ਨਿੱਪਲ ਅਤੇ ਉਸ ਦੇ ਆਸ-ਪਾਸ ਦੀ ਚਮੜੀ ਦਾ ਰੰਗ ਗੂੜਾ ਹੋਣ ਲੱਗਦਾ ਹੈ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ 40ਵਾਂ ਪ੍ਰਸ਼ਨ ਹੈ ਆਪਣਾ, ਠੀਕ ਹੈ ਜੀ। ਤਾਂ ਇਹ ਤੁਸੀਂ ਰੀਡ ਕਰ ਲਓ। ਵਟ ਫੈਕਟਰਸ ਡਜ਼ ਦਾ ਰੈਸਿਸਟੈਂਸ ਆਫ ਕੰਡਕਟਰ ਡਿਪੈਂਡ। ਤਾਂ ਤੁਹਾਡਾ ਆਨਸਰ ਇਹ ਦਿੱਤਾ ਹੋਇਆ ਵਾ। ਇਹਦੇ ਨਾਲ ਹੀ ਦੋਸਤੋ ਇੱਕ ਹੋਰ ਪ੍ਰਸ਼ਨ ਆ ਤੁਹਾਨੂੰ, ਵਟ ਇਜ਼ ਦਾ ਹਾਈਐਸਟ ਦਾ ਲੋਐਸਟ ਟੋਟਲ ਰੈਸਿਸਟੈਂਸ ਦੈਨ ਕੈਨ ਬੀ ਸਿਕਿਉਰਡ ਬਾਈ ਕੰਬੀਨੇਸ਼ਨ ਆਫ 4 ਕੋਇਲਸ ਆਫ ਰੈਸਿਸਟੈਂਸ। ਤਾਂ ਇਹ ਤੁਹਾਡਾ ਦਿੱਤਾ ਹੋਇਆ ਵਾ, ਇਹ ਨੂਮੈਰੀਕਲ ਟਾਈਪ ਦੇ ਵਾਂਗੂ ਆ। ਤਾਂ ਇਹਦਾ ਆਨਸਰ ਤੁਹਾਨੂੰ ਮੈਂ ਦਿਖਾ ਦੂੰਗਾ, 2 ਮਿੰਟ ਰੁਕ ਜਾਓ। ਤਾਂ ਆਹ ਆਪਣਾ ਜਿਹੜਾ ਆਪਣਾ ਪ੍ਰਸ਼ਨ ਆ ਸਭ ਤੋਂ ਪਹਿਲਾਂ ਪੰਜਾਬੀ ਮੀਡੀਅਮ ਵਾਲਾ ਦੇਖ ਲੈਣ, ਠੀਕ ਹੈ ਜੀ। ਕੀ ਹੈ ਕਿ ਕਿਸੇ ਚਾਲਕ ਦਾ ਪ੍ਰਤੀ ਜਿਹੜਾ ਹੈਗਾ ਕਿਸੇ ਚਾਲਕ ਦਾ ਤਿਰੋਧ ਕਿਹੜਾ ਕਾਰਕ ਉੱਤੇ ਨਿਰਭਰ ਕਰਦਾ ਹੈ, ਠੀਕ ਹੈ ਜੀ। ਪ੍ਰਤੀਰੋਧਕ ਹੋ ਗਿਆ ਇੱਥੇ ਦੋਸਤੋ, ਠੀਕ ਹੈ ਜੀ। ਤਾਂ ਇਹਦਾ ਦੋਸਤੋ ਇਹ ਹੋਏਗਾ ਪ੍ਰਤੀਰੋਧ। ਇੱਥੇ ਤੁਸੀਂ ਇਸ ਨੂੰ ਕਰ ਲੈਣਾ ਵਾ ਸਪੈਲਿੰਗ ਠੀਕ। ਇੱਥੇ ਦੋਸਤੋ ਮਤਲਬ ਤੁਹਾਨੂੰ ਇਹ ਇੱਥੇ ਜਿਹੜਾ ਇਹ ਤਿਰੋਧ ਲਿਖਿਆ ਹੋਇਆ ਨਾ, ਤਿਰੋਧ ਇੱਥੇ ਨਹੀਂ, ਇੱਥੇ ਮਤਲਬ ਪੱਪਾ ਵੀ ਆਉਣਾ ਵਾ ਇੱਥੇ ਪ੍ਰਤੀਰੋਧ, ਠੀਕ ਹੈ ਜੀ। ਤਾਂ ਪ੍ਰਤੀਰੋਧ ਇੱਥੇ ਆਵੇਗਾ ਸਭ ਤੋਂ ਪਹਿਲਾਂ ਤਾਂ, ਠੀਕ ਹੈ ਜੀ। ਤਾਂ ਇਹਦੇ ਵਿੱਚ ਹੁਣ ਦੋਸਤੋ ਪ੍ਰਸ਼ਨ ਕੀ ਬਣ ਰਿਹਾ ਕਿ ਕਿਸੇ ਚਾਲਕ ਦਾ ਪ੍ਰਤੀਰੋਧ ਕਿਹੜੇ-ਕਿਹੜੇ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਤਾਂ ਇਹਦਾ ਆਨਸਰ ਦੋਸਤੋ ਦੇਖੋ ਕੀ ਹੈ ਕਿ ਕਿਸੇ ਚਾਲਕ ਦਾ ਪ੍ਰਤੀਰੋਧ ਚਾਲਕ ਦੀ ਲੰਬਾਈ, ਪਰਿਖੇਤਰ ਦੀ ਕਾਟ ਦੇ ਖੇਤਰਫਲ, ਤਾਪਮਾਨ ਅਤੇ ਚਾਲਕ ਦੇ ਪਦਾਰਥ ਦੀ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ। ਪ੍ਰਤੀਰੋਧ ਚਾਲਕ ਦੀ ਲੰਬਾਈ ਦੇ ਸਿੱਧਾ ਅਨੁਪਾਤੀ ਹੁੰਦਾ ਹੈ। ਪ੍ਰਤੀਰੋਧ ਚਾਲਕ ਦੇ ਜਿਹੜਾ ਹੈਗਾ ਪਰਿਖੇਤਰ ਦੀ ਕਾਟ ਦੇ ਖੇਤਰਫਲ ਦੇ ਉਲਟ ਅਨੁਪਾਤੀ ਹੁੰਦਾ ਹੈ, ਠੀਕ ਹੈ ਜੀ। ਤੇ ਆਹ ਦੇਖ ਲਓ ਦੋਸਤੋ, ਆਹੀ ਜਿਹੜਾ ਤੁਹਾਡਾ ਪ੍ਰਸ਼ਨ ਦਿੱਤਾ ਹੈ ਪੰਜਾਬੀ ਮੀਡੀਅਮ ਦੇ ਵਿੱਚ ਆ, ਠੀਕ ਹੈ ਜੀ। ਜਿਹੜਾ ਉੱਪਰ ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ ਸੀ, ਆਹੀ ਥੱਲੇ ਜਿਹੜਾ ਹੈਗਾ ਪੰਜਾਬੀ ਮੀਡੀਅਮ ਦੇ ਵਿੱਚ ਹੈਗਾ ਵਾ। ਤਾਂ ਦੋਸਤੋ ਚਲੋ ਇਸ ਦਾ ਆਨਸਰ ਤੁਹਾਨੂੰ ਦਿਖਾ ਦਿੰਦੇ ਆ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਪੰਜਾਬੀ ਮੀਡੀਅਮ ਵਾਲੇ ਆਪਣਾ ਪ੍ਰਸ਼ਨ ਦੇਖ ਲੈਣ। ਆਹੀ ਤੁਹਾਡਾ ਜਿਹੜਾ ਹੈਗਾ ਸੇਮ ਪ੍ਰਸ਼ਨ ਆ, ਠੀਕ ਹੈ ਜੀ। ਤੇ ਇਹਦੇ ਵਿੱਚ ਦੋਸਤੋ ਅਧਿਕਤਮ ਅਤੇ ਜਿਹੜਾ ਹੈਗਾ ਨਿਊਨਤਮ ਕਿੰਨਾ ਪ੍ਰਤੀਰੋਧ ਪ੍ਰਾਪਤ ਕੀਤਾ ਜਾ ਸਕਦਾ ਹੈ, ਆਹੀ ਪੁੱਛਿਆ ਹੋਇਆ ਨਾ। ਤੇ ਇਹਦੇ ਵਿੱਚ ਵੀ ਦੋਸਤੋ ਆਹੀ ਆ, ਅਧਿਕਤਮ ਅਤੇ ਨਿਊਨਤਮ ਕਿੰਨਾ ਪ੍ਰਤੀਰੋਧ ਪ੍ਰਾਪਤ ਕੀਤਾ ਜਾ ਸਕਦਾ ਹੈ। ਤਾਂ ਦੋਸਤੋ ਇਹਦਾ ਆਨਸਰ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਊੜਵੇਂ ਦਾ ਜਿਹੜਾ ਹੈਗਾ ਆਨਸਰ ਆ ਜਾਏਗਾ ਅਧਿਕਤਮ ਪ੍ਰਤੀਰੋਧ ਪ੍ਰਾਪਤ ਕਰਨ ਲਈ ਦੋਸਤੋ ਅਸੀਂ ਸਾਰੇ ਪ੍ਰਤੀਰੋਧਾਂ ਨੂੰ ਲੜੀ ਵਿੱਚ ਜੋੜਾਂਗੇ, ਠੀਕ ਹੈ ਜੀ। ਜਿਵੇਂ ਕਿ ਆਹ ਤੁਹਾਡਾ ਦਿੱਤਾ ਹੋਇਆ ਵਾ ਤੁਲ ਪ੍ਰਤੀਰੋਧ, ਜਿਵੇਂ ਕਿ ਆ ਦੇਖੋ R = 4 ਓਮ ਪਲੱਸ 8 ਓਮ ਪਲੱਸ 12 ਓਮ ਪਲੱਸ 24 ਓਮ। ਤਾਂ ਇਹ 48 ਓਮ ਆਨਸਰ ਹੋ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ 8ਵਾਂ ਜਿਹੜਾ ਤੁਹਾਨੂੰ ਪੁੱਛਿਆ ਹੋਇਆ ਸੀਗਾ, ਠੀਕ ਹੈ ਜੀ, ਪ੍ਰਸ਼ਨ ਦੇ ਵਿੱਚ। ਤਾਂ ਇਹਦਾ ਆਨਸਰ ਹੈ ਦੋਸਤੋ ਆਪਣਾ ਨਿਊਨਤਮ ਪ੍ਰਤੀਰੋਧ ਪ੍ਰਾਪਤ ਕਰਨ ਲਈ ਦੋਸਤੋ ਅਸੀਂ ਸਾਰੇ ਪ੍ਰਤੀਰੋਧਾਂ ਨੂੰ ਸਮਾਂਤਰ ਜੋੜਾਂਗੇ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਤੁਲ ਪ੍ਰਤੀਰੋਧ ਕੀ ਇਹਨਾਂ ਨੇ ਲਿਖਿਆ ਵਾ, ਆਹ ਜਿਹੜਾ ਵੈਲਿਊਜ਼ ਪੁੱਟ ਕਰ ਦਿੱਤੀ 1.R ਦੀ, ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਆਹ ਵੈਲਿਊਜ਼ ਵਗੈਰਾ ਪੁੱਟ ਕਰ ਦਿੱਤੀ, ਜਿਵੇਂ ਕਿ 4 8 12 24 ਤੁਹਾਡਾ ਦਿੱਤਾ ਹੋਇਆ ਸੀਗਾ, ਇੱਕ ਉੱਪਰ ਇਹਨਾਂ ਨੇ ਫਾਰਮੂਲੇ ਅਕੋਰਡਿੰਗ ਲਾ ਦਿੱਤਾ। ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਇਹਨੂੰ ਪਲੱਸ ਕਰਕੇ ਤਾਂ ਦੇਖ ਸਕਦੇ ਹੋ ਦੋਸਤੋ ਕਿੰਨਾ ਆ ਗਿਆ ਆਨਸਰ ਇਸਦਾ 1/2 ਇਸਦਾ ਰਾਈਟ ਆਨਸਰ ਇੱਥੇ ਇਹਨਾਂ ਨੇ ਕੱਢ ਦਿੱਤਾ। ਤੇ ਇਸ ਲਈ ਦੋਸਤੋ ਜਿਹੜਾ ਹੈਗਾ 2 ਓਮ ਇਸਦਾ ਰਾਈਟ ਆਨਸਰ ਆ ਗਿਆ, ਠੀਕ ਹੈ ਜੀ। ਤਾਂ ਦੋਸਤੋ ਇੱਥੇ ਜਿਹੜਾ ਹੈਗਾ ਆਪਣਾ ਕੀ ਹੋ ਗਿਆ, ਇੱਥੇ ਦੋਸਤੋ ਇਹ ਦੋਨੋਂ ਹੀ ਸੋਲਵ ਹੋ ਗਏ। ਇਹਦਾ ਆਨਸਰ ਦੋਸਤੋ ਕਿੰਨਾ ਆ ਗਿਆ ਸੀਗਾ, ਇਹਦਾ ਦੋਸਤੋ ਆਨਸਰ ਪਹਿਲੇ ਦਾ ਆ ਗਿਆ ਸੀਗਾ 48 ਓਮ, ਦੂਸਰੇ ਦਾ ਦੋਸਤੋ ਹੈਗਾ ਜਿਹੜਾ 2 ਓਮ, ਠੀਕ ਹੈ ਜੀ। ਤਾਂ ਇਹਦਾ ਆਨਸਰ ਦੋਸਤੋ ਆ ਜਾਏਗਾ 48 ਓਮ ਤੇ ਇਹਦਾ ਦੋਸਤੋ ਆ ਜਾਏਗਾ ਆਪਣਾ 2 ਓਮ, ਠੀਕ ਹੈ। ਜਿਵੇਂ ਕਿ ਤੁਸੀਂ ਆਹ ਦੇਖ ਵੀ ਸਕਦੇ ਹੋ ਇੱਥੇ ਇਹਨਾਂ ਨੇ ਜਿਹੜਾ ਹੈਗਾ ਊੜਾ ਤੇ ਆੜੇ ਦਾ ਦੋਨਾਂ ਦਾ ਆਨਸਰ ਇੱਥੇ ਕੱਢਿਆ ਹੋਇਆ ਵਾ, ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਇਹੀ ਕੁਐਸਚਨ ਦੋਸਤੋ ਜਿਹੜਾ ਹੈਗਾ ਇੰਗਲਿਸ਼ ਮੀਡੀਅਮ ਦਾ ਵਾ, ਤੁਸੀਂ ਆਹ ਦੇਖ ਸਕਦੇ ਹੋ, ਠੀਕ ਹੈ ਜੀ। ਸੇਮ ਆਹੀ ਤੁਹਾਨੂੰ ਪ੍ਰਸ਼ਨ ਜਿਹੜਾ ਹੈਗਾ ਇੰਗਲਿਸ਼ ਮੀਡੀਅਮ ਦਾ ਦਿੱਤਾ ਹੋਇਆ ਸੀਗਾ, ਤੁਸੀਂ ਭਾਵੇਂ ਆਹ ਮਿਲਾ ਵੀ ਸਕਦੇ ਹੋ। ਆਹ ਦੇਖੋ ਦੋਸਤੋ ਆਹੀ ਤੁਹਾਡਾ ਪ੍ਰਸ਼ਨ ਸੀਗਾ, ਠੀਕ ਹੈ ਜੀ। ਤਾਂ ਵਟ ਇਜ਼ ਦਾ ਹਾਈਐਸਟ ਐਂਡ ਦਾ ਲੋਐਸਟ ਟੋਟਲ ਰੈਸਿਸਟੈਂਸ, ਠੀਕ ਹੈ ਜੀ। ਆਹ ਦੇਖ ਲਓ ਹਾਈਐਸਟ
ਤੇ ਜਿਹੜਾ ਹੈਗਾ ਵਾ ਲੋਐਸਟ ਟੋਟਲ ਰੈਸਿਸਟੈਂਸ ਤਾਂ ਹੀ ਪੁੱਛਿਆ ਸੀਗਾ। ਤਾਂ ਤੁਹਾਡੇ ਪਹਿਲੇ ਦਾ ਆਨਸਰ ਆਹ ਰਿਹਾ ਤੇ ਦੂਸਰੇ ਦਾ ਜਿਹੜਾ ਹੈਗਾ ਦੋਸਤੋ ਆਨਸਰ ਆਹ ਰਿਹਾ। ਤਾਂ ਤੁਸੀਂ ਇਸ ਨੂੰ ਦੇਖ ਸਕਦੇ ਹੋ, ਇਹ ਤੁਹਾਡਾ ਆਨਸਰ ਵੀ ਹੋ ਗਿਆ। ਤੇ ਹੁਣ ਦੋਸਤੋ ਇਹਦੇ ਨਾਲ ਹੀ ਆਪਸ਼ਨ ਸੀਗੀ, ਠੀਕ ਹੈ ਜੀ। ਤਾਂ ਦੇਖੋ ਪ੍ਰਸ਼ਨ ਕੀ ਹੈ, ਡਿਫਾਈਨ ਐਂਡ ਐਕਸਪਲੇਨ ਓਮਸ ਲਾਅ, ਕੈਲਕੂਲੇਟ ਰੈਸਿਸਟੈਂਸ ਆਫ ਕੰਡਕਟਰ ਫਰੋਮ ਗ੍ਰਾਫ, ਠੀਕ ਹੈ ਜੀ। ਤੇ ਆਹ ਤੁਹਾਡਾ ਆਨਸਰ ਦਿੱਤਾ ਹੋਇਆ, ਤੁਸੀਂ ਇਸ ਨੂੰ ਰੀਡ ਕਰ ਲਓ ਇੰਗਲਿਸ਼ ਮੀਡੀਅਮ ਵਾਲੇ। ਤੇ ਪੰਜਾਬੀ ਮੀਡੀਅਮ ਦਾ ਦੋਸਤੋ ਦੇਖੋ ਕੀ ਪ੍ਰਸ਼ਨ ਹੈ, ਓਮ ਦਾ ਨਿਯਮ ਦੀ ਪਰਿਭਾਸ਼ਾ ਤੇ ਵਿਆਖਿਆ ਕਰੋ, ਗ੍ਰਾਫ ਤੋਂ ਕੰਡਕਟਰ ਦੇ ਵਿਰੋਧ ਦੀ ਗਣਨਾ ਕਰੋ। ਤਾਂ ਦੇਖੋ ਓਮ ਦਾ ਨਿਯਮ ਦੇ ਅਨੁਸਾਰ ਦੋਸਤੋ ਇੱਕ ਇਲੈਕਟ੍ਰਿਕ ਸਰਕਟ ਵਿੱਚ ਦਿੱਤੇ ਗਏ ਧਾਤੂ ਅਤੇ ਕੰਡਕਟਰ ਦੇ ਸਿਰ ਦੇ ਪਾਰ ਜਿਹੜਾ ਹੈਗਾ ਵਾ ਪੋਟੈਂਸ਼ੀਅਲ ਅੰਤਰ ਯਾਨੀ ਕਿ V ਇਸ ਦੇ ਦੁਆਰਾ ਵਗਦੇ ਕਰੰਟ ਯਾਨੀ ਕਿ I ਦੇ ਸਿੱਧੇ ਅਨੁਪਾਤ ਅਨੁਸਾਰ ਦੋਸਤੋ ਹੁੰਦਾ ਹੈ। ਓਮ ਦਾ ਨਿਯਮ ਦੋਸਤੋ ਕੇਵਲ ਤਾਂ ਹੀ ਜਾਇਜ਼ ਹੁੰਦਾ ਹੈ ਜਦੋਂ ਕੰਡਕਟਰ ਦਾ ਤਾਪਮਾਨ ਸਥਿਰ ਰਹਿੰਦਾ ਹੈ। V ਇਕੁਅਲ ਟੂ ਦੋਸਤੋ R ਇੰਟੂ ਜਿਹੜਾ ਹੈਗਾ I, ਜਿੱਥੇ R ਸਥਿਰ ਅੰਕ ਹੁੰਦਾ ਹੈ। ਇਸ ਨੂੰ ਦੋਸਤੋ ਜਿਹੜਾ ਹੈਗਾ ਪ੍ਰਤੀਰੋਧ ਕਹਿੰਦੇ ਹਨ, ਠੀਕ ਹੈ ਜੀ। ਤਾਂ ਦੋਸਤੋ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਆ ਜਾਏਗਾ ਓਮ ਦੇ ਨਿਯਮ ਦਾ। ਬਾਕੀ ਦੋਸਤੋ ਇਹਦੇ ਨਾਲ ਇੱਕ ਹੋਰ ਆਹ ਤੁਹਾਨੂੰ ਪੁੱਛੀ ਹੋਈ ਸੀ ਕਿ ਗ੍ਰਾਫ ਤੋਂ ਕੰਡਕਟਰ ਦੇ ਵਿਰੋਧ ਦੀ ਗਣਨਾ ਕਰੋ। ਤਾਂ ਦੋਸਤੋ ਆਹ ਤੁਹਾਡਾ ਗ੍ਰਾਫ ਦਿੱਤਾ ਹੋਇਆ ਵਾ, ਠੀਕ ਹੈ। ਤੁਸੀਂ ਇਸ ਨੂੰ ਦੇਖ ਸਕਦੇ ਹੋ, ਇਸ ਦਾ ਕਿਵੇਂ ਆਨਸਰ ਆਉਣਾ ਵਾ ਇਹ ਤੁਸੀਂ ਖੁਦ ਹੀ ਕਰਨਾ ਵਾ, ਇਹ ਸਾਨੂੰ ਨਹੀਂ ਲੱਭਿਆ, ਠੀਕ ਹੈ ਜੀ। ਇਸੇ ਤਰ੍ਹਾਂ ਇੰਗਲਿਸ਼ ਮੀਡੀਅਮ ਵਾਲੇ ਦਾ ਵੀ ਸੀਗਾ ਕੈਲਕੂਲੇਟ ਰੈਸਿਸਟੈਂਸ ਆਫ ਕੰਡਕਟਰ ਫਰੋਮ ਗ੍ਰਾਫ, ਠੀਕ ਹੈ। ਤੁਸੀਂ ਇਸ ਨੂੰ ਦੇਖ ਲਓ। ਅਗਰ ਤੁਹਾਨੂੰ ਇਹ ਸਮਝ ਆਉਂਦਾ ਵਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹਦਾ ਜਿਹੜਾ ਹੈਗਾ ਸੋਲਵ ਕਰਕੇ ਦੱਸ ਦੇਣਾ, ਮੈਂ ਤੁਹਾਡਾ ਕਮੈਂਟ ਪਿਨ ਕਰ ਦੂੰਗਾ ਤਾਂ ਕਿ ਹੋਰ ਵਿਦਿਆਰਥੀਆਂ ਨੂੰ ਵੀ ਪਤਾ ਲੱਗ ਸਕੇ। ਤਾਂ ਤੁਹਾਡਾ ਇਹ ਆਨਸਰ ਜਿਹੜਾ ਹੈਗਾ ਹੋ ਗਿਆ ਦੋਸਤੋ। ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਹੋਰ ਕੋਈ ਵੀ ਜਿਹੜਾ ਹੈਗਾ ਪ੍ਰਸ਼ਨ ਨਹੀਂ ਬਚਿਆ। ਪੂਰਾ ਦਾ ਪੂਰਾ ਦੋਸਤੋ ਜਿਹੜਾ ਹੈਗਾ ਤੁਹਾਨੂੰ ਕਿੰਨੇ 40 ਪ੍ਰਸ਼ਨ ਆਉਣੇ ਸੀਗੇ, 40 ਦੇ 40 ਪ੍ਰਸ਼ਨ ਅਸੀਂ ਸੋਲਵ ਕਰ ਲਿਆ। ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਉੱਤਰ ਸੀਗੇ, ਭਾਵੇਂ ਤੁਸੀਂ ਜਾ ਕੇ ਪੰਜਾਬ ਬੋਰਡ ਦੀ ਸਾਈਟ ਤੇ ਜਾ ਕੇ ਦੇਖ ਸਕਦੇ ਹੋ ਦੋਸਤੋ। ਇਹੀ ਸੇਮ ਜਿਹੜਾ ਹੈਗਾ ਪੇਪਰ ਪੰਜਾਬ ਬੋਰਡ ਨੇ ਆਪਣੀ ਪੇਪਰ ਜਿਹੜਾ ਹੈਗਾ ਸਾਈਟ ਤੇ ਵੀ ਪਾਇਆ ਹੋਇਆ ਵਾ, ਠੀਕ ਹੈ ਜੀ। ਤੇ ਅਸੀਂ ਇਸ ਨੂੰ ਆਹ ਨਾ ਜਿਹੜਾ ਹੈਗਾ ਸਾਈਟ ਤੇ ਸਿਰਫ ਇੰਗਲਿਸ਼ ਮੀਡੀਅਮ ਵਿੱਚ ਸੀਗਾ ਇਹ, ਅਸੀਂ ਇਸ ਨੂੰ ਪੰਜਾਬੀ ਮੀਡੀਅਮ ਦੇ ਵਿੱਚ ਕਨਵਰਟ ਕਰਕੇ ਤੁਹਾਡੀ ਤਿਆਰੀ ਕਰਾ ਦਿੱਤੀ ਹੈ ਤਾਂ ਕਿ ਜਿਹੜੇ ਹੈਗੇ ਆ ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀਆਂ ਦੀ ਵੀ ਤਿਆਰੀ ਹੋ ਸਕੇ, ਕਿਉਂਕਿ ਪੰਜਾਬੀ ਮੀਡੀਅਮ ਵਾਲੇ ਵੀ ਬਹੁਤ ਵਿਦਿਆਰਥੀ ਹੁੰਦੇ ਆ। ਬਟ ਦੋਸਤੋ ਪੰਜਾਬ ਬੋਰਡ ਨੇ ਪੰਜਾਬੀ ਮੀਡੀਅਮ ਦੇ ਵਿੱਚ ਅਪਲੋਡ ਨਹੀਂ ਕੀਤਾ ਹੋਇਆ ਸੀਗਾ, ਇੰਗਲਿਸ਼ ਦੇ ਵਿੱਚ ਕੀਤਾ ਹੋਇਆ ਸੀਗਾ। ਅਸੀਂ ਉਸ ਨੂੰ ਹੀ ਕਨਵਰਟ ਕਰ ਦਿੱਤਾ ਪੂਰਾ ਪੰਜਾਬੀ ਮੀਡੀਅਮ ਦੇ ਵਿੱਚ ਤਾਂ ਕਿ ਤੁਹਾਡੀ ਵੀ ਤਿਆਰੀ ਹੋ ਸਕੇ। ਇਹ ਵੈਰੀ ਇੰਪੋਰਟੈਂਟ ਪ੍ਰਸ਼ਨ ਆ, ਪੰਜਾਬ ਬੋਰਡ ਨੇ 2023 ਦੇ ਲਈ ਹੀ ਇਹ ਜਿਹੜਾ ਹੈਗਾ ਜਾਰੀ ਕੀਤਾ ਸੀਗਾ। ਤੁਸੀਂ ਜਾ ਕੇ ਚੈੱਕਆਊਟ ਵੀ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਦੇ ਦੇਣਾ ਪਾਏ। ਓਕੇ ਦੋਸਤੋ, ਚਲੋ ਠੀਕ ਹੈ, ਵੀਡੀਓ ਵਿੱਚ ਇੰਨਾ ਸੀਗਾ। ਬਾਕੀ ਤੁਹਾਡੀ ਕੋਈ ਕੁਐਰੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ, ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ।